ਇਹ ਕਹਾਣੀ ਪੰਜਾਬ ਦੀ ਕਹਾਣੀ ਹੈ, ਛੰਦੜਾ ਪਰਿਵਾਰ ਦੀ ਕਹਾਣੀ ਹੈ। ਸਿੱਖ ਸੰਘਰਸ਼ ਬਾਰੇ ਅਤੇ ਇਹਨਾਂ ਦੇ ਜੀਵਨ ਬਾਰੇ ਕਿਹਨਾਂ ਔਂਕੜਾਂ ਦੇ ਵਿੱਚੋਂ ਨਿਕਲਿਆ ਗੱਲਬਾਤ ਰੱਖਾਂਗੇ ਅਤੇ ਤੁਹਾਡੇ ਸਾਹਮਣੇ ਉਹਨਾਂ ਤੱਥਾਂ ਨੂੰ ਪੇਸ਼ ਕਰਾਂਗੇ ਕਿ ਕਿਵੇਂ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਜਾਬਰ ਹਕੂਮਤਾਂ ਦੇ ਵੱਲੋਂ ਤਸ਼ੱਦਦ ਢਾਹ ਕੇ ਕਹਿਰ ਢਾਹ ਕੇ ਸ਼ਹੀਦ ਕੀਤਾ ਜਾਂਦਾ ਰਿਹਾ ਅਤੇ ਪੂਰੇ ਦੇ ਪੂਰੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਤਹਿਸ ਨਹਿਸ ਕੀਤਾ ਜਾਂਦਾ ਰਿਹਾ। ਪੰਜਾਬ ਦੇ ਯੋਧਿਆਂ ਨੇ ਇਕੱਲੀਆਂ ਆਪਣੀਆਂ ਕੁਰਬਾਨੀਆਂ ਨਹੀਂ ਦਿੱਤੀਆਂ, ਯੋਧਿਆਂ ਨੂੰ ਆਪਣੇ ਪਰਿਵਾਰਾਂ ਦੀਆਂ ਵੀ ਕੁਰਬਾਨੀਆਂ ਦੇਣੀਆਂ ਪਈਆਂ ਨੇ, ਤਾਂ ਜਾ ਕੇ ਜੋ ਅੱਜ ਅਸੀਂ ਕਹਿ ਪਾਉਂਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਅਸਲ 'ਚ ਇਹ ਪੰਜਾਬ ਗੁਰਾਂ ਦੇ ਨਾਂ ਦੇ ਨਾਲ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਦੇ ਨਾਲ ਵੀ ਵਸ ਰਿਹਾ ਏ। ਜੋ ਮੇਰਾ ਮੰਨਣਾ ਵੀ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਉੱਥੇ ਜੇ ਗੁਰੂ ਸਾਹਿਬ ਨੇ ਚਾਹਿਆ ਵੀ ਇਹਨਾਂ ਤੋਂ ਮੈਂ ਸੇਵਾ ਲੈਣੀ ਹੈ ਤੇ ਤਾਂ ਹੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਤੋਂ ਜਾਂ ਮੇਰੇ ਦਾਦਾ ਜੀ ਤੋਂ ਮੇਰੇ ਮਾਤਾ ਜੀ ਤੋਂ ਸੇਵਾ ਲਈ ਹੈ। ਤੁਹਾਡਾ ਜਿਹੜਾ ਬਚਪਨ ਹੈ ਉਹ ਬਚਪਨ ਬਾਕੀ ਬੱਚਿਆਂ ਵਰਗਾ ਨਹੀਂ ਬੀਤਿਆ। ਤੁਹਾਡਾ ਬਚਪਨ ਸਿਰ ਦੇ ਉੱਤੇ ਪਿਤਾ ਦਾ ਸਾਇਆ ਨਹੀਂ ਹੈਗਾ, ਦੁਨੀਆ ਤੋਂ ਲੁਕਾ ਛਪਾ ਕੇ ਤੁਹਾਡੀ ਦਾਦੀ ਜੀ ਨੇ ਤੁਹਾਨੂੰ ਰੱਖਿਆ। ਯਕੀਨਨ ਅਜਿਹਾ ਕਹਿਰ ਪਰਿਵਾਰ ਉੱਤੇ ਹੋਇਆ ਹੋਵੇਗਾ ਕਿ ਤੁਹਾਡੀ ਦਾਦੀ ਦੀ ਰੂਹ ਕੰਗ ਗਈ ਹੋਵੇਗੀ। ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਸ਼ਹੀਦ ਹੋਏ ਸੀ। ਉਹਨਾਂ ਨੇ ਜਦੋਂ ਉਹ ਕਹਿ ਦਿੱਤਾ ਸੀਗਾ 4 ਮਰੇ ਹੋਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ। ਜਦ ਉਹਨਾਂ ਹਜ਼ਾਰਾਂ ਦੇ ਵਿੱਚੋਂ ਅਸੀਂ ਸਾਰੇ ਹੈਗੇ ਹਾਂ ਤੇ ਜਦ ਗੁਰੂ ਸਾਹਿਬ ਹੁਕਮ ਕਰਨਗੇ ਤੇ ਸਾਰੇ ਤਿਆਰ ਹਨ। 1984 ਜਦੋਂ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਫੌਜ ਹਮਲਾ ਕਰਦੀ ਹੈ ਤਾਂ ਉਸ ਤੋਂ ਬਾਅਦ ਕੁਝ ਸਮਾਂ ਭਾਈ ਰਛਪਾਲ ਸਿੰਘ ਛੰਦੜਾ ਜੀ ਗੁਪਤ ਰੂਪ ਦੇ ਵਿੱਚ ਸੇਵਾ ਕਰਦੇ ਨੇ। ਉਸ ਤੋਂ ਬਾਅਦ ਜਦੋਂ ਉਹ ਗੁਪਤ ਰੂਪ ਦੇ ਵਿੱਚ ਕੀਤੀਆਂ ਗਈਆਂ ਸੇਵਾਵਾਂ ਜ਼ਾਹਿਰ ਹੋ ਜਾਂਦੀਆਂ ਨੇ, ਪਤਾ ਲੱਗ ਜਾਂਦੀਆਂ, ਤਾਂ ਉਹ ਘਰ 1986 ਦੇ ਵਿੱਚ ਛੱਡ ਦਿੰਦੇ ਨੇ। ਕਹਿੰਦੇ ਬਾਅਦ 'ਚ ਜਦੋਂ ਰੇਡ ਪਈ ਤਾਂ ਇੱਥੇ ਜਦ ਲੈਣ ਆਏ ਤੇ ਉਦੋਂ ਫਾਦਰ ਸਾਹਿਬ ਇੱਥੋਂ ਭੱਜ ਗਏ ਸੀਗੇ ਤੇ ਉਹ ਤੋਂ ਬਾਅਦ ਪਤਾ ਲੱਗਿਆ ਵੀ ਜਿਹੜਾ ਉਹ ਸਾਰਾ ਵੀ ਇੱਧਰ ਸਮਰਾਲੀ ਏਰੀਆ 'ਚ ਇੱਧਰ ਵੀ ਜਿਹੜੇ ਖਰਾਬ ਕਰਦੇ ਸੀ RSS ਵਾਲੇ ਤੇ ਉਹ ਜਿਹੜੇ ਉਹਨਾਂ ਨੂੰ ਸੌਦਾ ਲਾਉਣ ਵਾਲੀ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਸੀਗੇ। ਫਾਦਰ ਸਾਹਿਬ ਨੂੰ ਪਤਾ ਸੀਗਾ ਵੀ ਕੋਈ ਵੱਡਾ ਅਫਸਰ ਆ ਗਿਆ ਤੇ ਮੈਨੂੰ ਕਦੇ ਵੀ ਪਛਾਣ ਸਕਦੇ ਆ ਤੇ ਉਹਨਾਂ ਨੇ ਉੱਥੇ ਵਾਸ਼ਰੂਮ ਦੀ ਮੰਗ ਕੀਤੀ ਵੀ ਮੈਨੂੰ ਵਾਸ਼ਰੂਮ ਜਾਣਾ, ਵੀ ਮੇਰਾ ਢਿੱਡ ਖਰਾਬ ਆ। ਫਾਦਰ ਸਾਹਿਬ ਨੂੰ ਪਤਾ ਸੀ ਵੀ ਉਹਦਾ ਜਿਹੜਾ ਬਾਥਰੂਮ ਆ ਉੱਪਰ ਕੋਠੇ ਤੇ ਆ। ਜਦੋਂ ਉਹਨਾਂ ਨੇ ਉੱਪਰ ਲੈ ਕੇ ਗਏ ਮਲੋਟ ਥਾਣੇ ਦੇ ਵਿੱਚ ਤੇ ਉੱਥੋਂ ਫਾਦਰ ਸਾਹਿਬ ਉੱਪਰੋਂ ਛਾਲ ਮਾਰ ਕੇ ਪਿਛਲੇ ਪਾਸੇ ਭੱਜ ਗਏ ਆ ਤੇ ਫਿਰ ਉਹਨਾਂ ਨੇ ਕਿਹਾ ਵੀ ਉਹ ਤੁਹਾਡਾ ਪਿਓ ਰਛਪਾਲ ਸੀਗਾ ਤੇ ਮੈਂ ਉਹਦਾ ਪਿਓ ਆ, ਹੁਣ ਤੁਸੀਂ ਜੋ ਕਰਨਾ ਕਰ ਲਓ। ਵੀ ਉਹ ਤਾਂ ਗਿਆ। ਕਾਫੀ ਇੰਟਰੋਗੇਟ ਕੀਤਾ ਤੇ ਐਂਡ ਤੇ ਉਹਨਾਂ ਦੇ ਇੱਥੇ ਸਿਰ ਦੇ ਵਿੱਚ ਗੋਲੀ ਮਾਰ ਕੇ ਤੇ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ। ਖਬਰ ਜਿਹੜੀ ਛਪੀ ਸੀਗੀ ਵੀ ਰਛਪਾਲ ਸਿੰਘ ਛੰਦੜਾ ਦੇ ਪਿਤਾ ਤੇ 13 ਹੋਰ ਹਲਾਕ। ਲੰਬੇ 6 ਫੁੱਟ ਦੇ ਸੀਗੇ ਤੇ ਉਹਨਾਂ ਦਾ ਜਿਵੇਂ ਰੰਗ ਜਿਵੇਂ ਆਮ ਆਪਣੇ ਪਿੰਡ ਵਾਲਿਆਂ ਦਾ ਹੁੰਦਾ ਉਵੇਂ ਠੀਕ ਸੀਗਾ ਤੇ ਉਹ ਆਪਣਾ ਭੇਸ ਬਦਲਣ ਦੇ ਵਿੱਚ ਬਹੁਤ ਮਾਹਿਰ ਸੀਗੇ। ਕਈ ਵਾਰ ਪਿੰਡ ਦੇ ਵੀ ਜਾਂਦੇ ਸੀ, ਉਹ ਨਹੀਂ ਪਛਾਣ ਸਕਦੇ ਸੀ ਕਿਉਂਕਿ ਉਹਨਾਂ ਦਾ ਦਾੜਾ ਬੰਨਿਆ ਹੁੰਦਾ ਸੀਗਾ ਤੇ ਆਮ ਰਹਿੰਦੇ ਸੀ, ਸੋ ਉਹਨਾਂ ਨੂੰ ਛੇਤੀ ਪਛਾਣਨਾ ਇੰਨਾ ਸੌਖਾ ਨਹੀਂ ਸੀ। ਫਿਰ ਫਾਦਰ ਸਾਹਿਬ ਨੂੰ ਜਦੋਂ ਉਹਨਾਂ ਨੇ ਸਖਤੀ ਨੂੰ ਦੁਬਾਰਾ ਪੁੱਛਣਾ ਸ਼ੁਰੂ ਕਰੇ ਤੇ ਫਾਦਰ ਸਾਹਿਬ ਕਹਿੰਦੇ ਮੈਂ ਕੌਮ ਦਾ ਜਰਨੈਲ ਹਾਂ, ਵੀ ਜੇ ਤੁਹਾਡਾ ਕੋਈ ਜਰਨੈਲ ਹੈਗਾ ਤਾਂ ਫਿਰ ਉਹਨੂੰ ਬੁਲਾ ਕੇ ਲੈ ਕੇ ਆਓ ਤੇ ਮੈਂ ਉਹਦੇ ਨਾਲ ਗੱਲ ਕਰੂੰਗਾ, ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਫਿਰ ਉਹਨਾਂ ਨੇ KPS ਗਿੱਲ ਨੂੰ ਬੁਲਾਇਆ। KPS ਗਿੱਲ ਨੂੰ ਹੋਇਆ ਵੀ ਕਿਤੇ ਮੈਂ ਰਛਪਾਲ ਸਿੰਘ ਛੰਦੜਾ ਤੋਂ ਵੀ ਜਿਹੜਾ ਬਈ ਸਭ ਕੁਝ ਕਹਾ ਲੂੰ, ਵੀ ਜਿਹੜਾ ਇਹਨਾਂ ਨੇ ਮੈਨੂੰ ਬੁਲਾਇਆ ਵਾ। ਫਾਦਰ ਸਾਹਿਬ ਨੇ ਉੱਥੇ ਪਾਣੀ ਦੀ ਮੰਗ ਕੀਤੀ। ਜਦ ਉਹਨਾਂ ਨੇ ਪਾਣੀ ਦੀ ਮੰਗ ਕੀਤੀ ਤੇ ਉਹਨੇ KPS ਗਿੱਲ ਨੇ ਖੁਸ਼ ਹੋ ਕੇ ਪਾਣੀ ਮੰਗਾ ਕੇ ਦਿੱਤਾ। ਜਦੋਂ ਤੇ ਫਾਦਰ ਸਾਹਿਬ ਨੇ ਜਿਵੇਂ ਪਹਿਲੀ ਜਿਹੜੀ ਘੁੱਟ ਭਰੀ ਤੇ ਉਹਦੀ ਕੁਰਲੀ ਸਿੱਧੀ KPS ਗਿੱਲ ਦੇ ਮੂੰਹ ਤੇ ਜਿਹੜੀ ਕਰ ਦਿੱਤੀ ਤੇ ਉਹ ਕਹਿੰਦੇ ਵੀ ਬੱਚੜਾ ਵੀ ਤੂੰ ਸਾਡੀ ਕੌਮ ਦਾ ਉਜਾੜਾ ਕੀਤਾ ਵਾ, ਤੂੰ ਮੇਰੇ ਨਾਲ ਦੇ ਸਾਥੀਆਂ ਦਾ ਪਤਾ ਕਰਨਾ ਚਾਹੁੰਦਾ, ਤੂੰ ਇਹੀ ਕਹਾ ਦੇ ਵੀ ਮੈਂ ਤੇਰੇ ਮੂੰਹ ਤੇ ਕੁਰਲੀ ਕੀਤੀ ਆ। ਜੋ ਤੁਹਾਡੇ ਪਿਤਾ ਜੀ ਨੇ ਜੋ ਮੂਵਮੈਂਟ ਆਰੰਭੀ ਜਾਂ ਜਿਸ ਮੂਵਮੈਂਟ ਦੇ ਤੁਹਾਡੇ ਪਿਤਾ ਜੀ ਹਿੱਸਾ ਰਹੇ, ਤੁਸੀਂ ਉਸ ਮੂਵਮੈਂਟ ਨੂੰ ਕਿੱਥੇ ਖੜਾ ਦੇਖਦੇ ਹੋ? ਵੱਧ ਅਧਿਕਾਰਾਂ ਦੀ ਲੜਾਈ ਨੂੰ ਕਿੱਥੇ ਖੜਾ ਦੇਖਦੇ ਹੋ? ਖਾਲਿਸਤਾਨ ਮੂਵਮੈਂਟ ਨੂੰ ਕਿੱਥੇ ਖੜਾ ਦੇਖਦੇ ਹੋ? ਮੈਂ ਸੋਚਦਾ ਵੀ ਲੜਾਈ ਕਿਤੇ ਵੀ ਰੁਕੀ ਨਹੀਂ ਹੈਗੀ, ਲੜਾਈ ਚੱਲ ਰਹੀ ਹੈ। ਅੱਜ ਉਹਨਾਂ ਦਾ ਜੇ ਉਹਨਾਂ ਨੇ ਰਣਜੀਤ ਸਿੰਘ ਛੰਦੜਾ ਨੂੰ ਸ਼ਹੀਦ ਕਰਿਆ, ਰਛਪਾਲ ਸਿੰਘ ਛੰਦੜਾ ਸੀਗੇ, ਰਛਪਾਲ ਸਿੰਘ ਛੰਦੜਾ ਨੂੰ ਸ਼ਹੀਦ ਕੀਤਾ, ਜਾਂ ਅਮਰਤਪਾਲ ਸਿੰਘ ਛੰਦੜਾ ਹੈਗੇ ਆ, ਅੱਗੇ ਮੇਰਾ ਬੇਟਾ ਗੁਰਸ਼ੀਰ ਸਿੰਘ ਛੰਦੜਾ ਹੈਗਾ। ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਆਪਣੀ ਲੜਾਈ ਦੇ ਕੇ ਜਾਣੀ ਹੁੰਦੀ ਹੈ। ਮੇਨ ਇਹ ਹੁੰਦਾ ਕੋਈ ਲੜਾਈ ਤੁਹਾਡੀ ਰੁਕੇ ਨਾ। ਪੰਜਾਬ ਦੇ ਚਾਹੇ ਪਾਣੀਆਂ ਦੀ ਗੱਲ ਲਾ ਲਓ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਲਾ ਲਓ, ਵੱਧ ਅਧਿਕਾਰਾਂ ਦੀ ਗੱਲ ਲਾ ਲਓ, ਜਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਜਾਂ ਪੰਜਾਬ ਦੀ ਬਰਬਾਦੀ ਨੂੰ ਰੋਕਣ ਦੇ ਲਈ ਪੰਜਾਬ ਦੇ ਲੋਕਾਂ ਨੇ ਕੀ ਕੁਝ ਹੰਢਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬ KTV। ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਆਜ਼ਾਦੀ
ਤੋਂ ਬਾਅਦ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਅਤੇ ਪੰਜਾਬੀ ਸੂਬਾ ਮੋਰਚੇ ਦੀ ਬਹਾਲੀ ਦੇ ਲਈ ਪੰਜਾਬ ਦੇ ਵਿੱਚ ਇੱਕ ਸੰਘਰਸ਼ ਉੱਠਦਾ ਹੈ, ਜਿਹੜਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਚੱਲਦਿਆਂ ਅੱਗੇ ਜਾ ਕੇ ਖਾਲਿਸਤਾਨੀ ਲਹਿਰ ਦੇ ਵਿੱਚ ਬਦਲ ਜਾਂਦਾ ਹੈ। ਉਸ ਲਹਿਰ ਦੇ ਵਿੱਚ ਅਨੇਕਾਂ ਜੁਝਾਰੂਆਂ ਨੇ ਆਪਣੀ ਸ਼ਹਾਦਤ ਦਿੱਤੀ ਅਤੇ ਉਹਨਾਂ ਪਰਿਵਾਰਾਂ ਨੇ ਆਪਣਾ ਆਪਾ ਵਾਰ ਦਿੱਤਾ। ਇਹਨਾਂ ਜੁਝਾਰੂ ਪਰਿਵਾਰਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਪਰਿਵਾਰ ਛੰਦੜਾ ਪਰਿਵਾਰ ਹੈ, ਜਿਸ ਪਰਿਵਾਰ ਦੀ ਕੁਰਬਾਨੀ ਦਾ ਦੇਣ ਸਿੱਖ ਅਤੇ ਪੰਜਾਬ ਕਦੇ ਵੀ ਨਹੀਂ ਦੇ ਸਕਦਾ। ਅੱਜ ਅਮਰ ਸ਼ਹੀਦ ਭਾਈ ਰਸਪਾਲ ਸਿੰਘ ਛੰਦੜਾ ਜੀ ਦੀ ਸ਼ਹਾਦਤ ਨੂੰ 30 ਵਰ੍ਹੇ ਹੋ ਗਏ ਨੇ ਤੇ ਉਹਨਾਂ ਦੇ ਸੁਪੁੱਤਰ ਅਮਰਤਪਾਲ ਸਿੰਘ ਛੰਦੜਾ ਜੀ ਅੱਜ ਸਾਡੇ ਨਾਲ ਨੇ। ਤਾਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਬਾਰੇ, ਸਿੱਖ ਸੰਘਰਸ਼ ਬਾਰੇ ਅਤੇ ਇਹਨਾਂ ਦੇ ਜੀਵਨ ਬਾਰੇ ਕਿਹਨਾਂ ਔਂਕੜਾਂ ਦੇ ਵਿੱਚੋਂ ਨਿਕਲਿਆ ਗੱਲਬਾਤ ਰੱਖਾਂਗੇ ਅਤੇ ਤੁਹਾਡੇ ਸਾਹਮਣੇ ਉਹਨਾਂ ਤੱਥਾਂ ਨੂੰ ਪੇਸ਼ ਕਰਾਂਗੇ ਕਿ ਕਿਵੇਂ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਜਾਬਰ ਹਕੂਮਤਾਂ ਦੇ ਵੱਲੋਂ ਤਸ਼ੱਦਦ ਢਾਹ ਕੇ, ਕਹਿਰ ਢਾਹ ਕੇ ਸ਼ਹੀਦ ਕੀਤਾ ਜਾਂਦਾ ਰਿਹਾ ਅਤੇ ਕਿਵੇਂ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਅਤੇ ਪੂਰੇ ਦੇ ਪੂਰੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਤਹਿਸ ਨਹਿਸ ਕੀਤਾ ਜਾਂਦਾ ਰਿਹਾ। ਇਹ ਕਹਾਣੀ ਪੰਜਾਬ ਦੀ ਕਹਾਣੀ ਹੈ, ਛੰਦੜਾ ਪਰਿਵਾਰ ਦੀ ਕਹਾਣੀ ਹੈ। ਬਾਈ ਜੀ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ KTV ਦੀ ਸਾਰੀ ਟੀਮ ਨੂੰ ਧੰਨਵਾਦ ਕਰਦੇ ਹਾਂ, ਜਿਹੜੇ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਹਮੇਸ਼ਾ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਸ਼ਹੀਦੀ ਸਮਾਗਮਾਂ ਤੇ ਆਪਣਾ ਆਉਂਦੇ ਆ ਤੇ ਆਪਣੀ ਸੇਵਾ ਜੋ ਉਹਨਾਂ ਦੀ ਕੌਮ ਵੱਲੋਂ ਲੱਗੀ ਹੋਈ ਆ ਉਹ ਆਪਣੀ ਸੇਵਾ ਨਿਭਾਉਂਦੇ ਆ ਜੀ। ਧੰਨਵਾਦ ਜੀ। ਤੁਸੀਂ ਸ਼ਹੀਦ ਸ਼ਬਦ ਦੀ ਜ਼ਿਕਰ ਕੀਤਾ ਤਾਂ ਸ਼ਹੀਦ ਅਖਵਾਉਣਾ ਬਹੁਤ ਮੁਸ਼ਕਲ ਹੈ। ਸ਼ਹੀਦ ਅਖਵਾਉਣ ਦੇ ਲਈ ਆਪਾ ਵਾਰਨਾ ਪੈਂਦਾ ਤੇ ਨਾਲ ਨਾਲ ਪਰਿਵਾਰ ਵੀ ਵਾਰਨਾ ਪੈਂਦਾ। ਹਾਂਜੀ, ਪੂਰੇ ਪਰਿਵਾਰ ਦੀ ਕੁਰਬਾਨੀ ਦੇਣੀ ਪੈਂਦੀ ਆ। ਛੰਦਣਾ ਪਰਿਵਾਰ ਨੇ ਕੁਰਬਾਨੀ ਦਿੱਤੀ ਹੈ, ਤਾਂ ਤੁਸੀਂ ਇਸ ਕੁਰਬਾਨੀ ਨੂੰ ਕਿਵੇਂ ਦੇਖਦੇ ਹੋ? ਜਿਵੇਂ ਜਿਵੇਂ ਪਹਿਲਾਂ ਹੋਸਟਲ ਦੇ ਵਿੱਚ ਹੁੰਦਾ ਸੀ, ਛੋਟਾ ਹੁੰਦਾ ਸੀ ਤੇ ਮੈਂ ਕਿਤੇ ਨਾ ਕਿਤੇ ਮੈਨੂੰ ਵੀ ਮਹਿਸੂਸ ਹੁੰਦਾ ਸੀ ਜਦ ਬਾਕੀ ਦੇ ਬੱਚਿਆਂ ਦਾ ਦੇਖੀਦਾ ਸੀ ਵੀ ਆਪਣੇ ਮਾਂ-ਬਾਪ ਨਾਲ ਜਾ ਰਹੇ ਨੇ ਜਾਂ ਛੁੱਟੀਆਂ ਆਉਂਦੀਆਂ ਸੀ ਨਾ, ਜਾਂ ਉਹ ਕੋਈ ਉਹਨਾਂ ਨੂੰ ਚੀਜ਼ ਚਾਹੀਦੀ ਸੀ ਉਹ ਲੈ ਲੈਂਦੇ ਸੀਗੇ। ਉੱਥੇ ਮੈਂ ਕਿਤੇ ਨਾ ਕਿਤੇ ਹੁੰਦਾ ਸੀ ਵੀ ਜੇ ਮੇਰੇ ਮਾਂ-ਬਾਪ ਹੁੰਦੇ ਤਾਂ ਜ਼ਰੂਰ ਮੇਰਾ ਵੀ ਇਹ ਹੁੰਦਾ ਵੀ ਹੈ ਨਾ ਵੀ ਮੈਂ ਵੀ ਆਪਣਾ ਨਾਲ ਜਾਂਦਾ ਜਾਂ ਕੁਛ ਕਰਦਾ। ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਵੱਡੇ ਹੋਏ ਤੇ ਜਿਵੇਂ ਦਾਦੀ ਜੀ ਨਾਲ ਅਸੀਂ ਵਰਸੀ ਮਨਾਉਣ ਆਉਂਦੇ ਸੀਗੇ, ਇੱਥੇ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਆ ਸਾਡੇ ਪਿੰਡ ਦੇ ਨਾਲ ਹੀ, ਉੱਥੇ ਅਸੀਂ ਆਉਂਦੇ ਤੇ ਲੋਕ ਜਿਸ ਹਿਸਾਬ ਨਾਲ ਰਿਸਪੈਕਟ ਨਾਲ ਜਾਂ ਸਾਨੂੰ ਮਿਲਦੇ ਸੀਗੇ, ਜਾਂ ਉਹ ਤੋਂ ਬਾਅਦ ਜੋ ਮੈਂ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਮੈਨੂੰ ਵੀ ਉਹ ਦੇਖਦੇ ਸੀਗੇ ਵੀ ਉਹਨਾਂ ਦੀ ਅੱਖਾਂ 'ਚ ਰਿਸਪੈਕਟ ਦਿਖਦੀ ਸੀ ਤੇ ਉਹ ਦੇਖਦਾ ਸੀ ਵੀ ਮੈਂ ਵੀ ਕੋਈ ਇਹਨਾਂ ਨਾਲੋਂ ਵੀ ਮੈਂ ਕੁਛ ਵੱਖ ਹਾਂ। ਉਹ ਹੌਲੀ ਹੌਲੀ ਜਿਵੇਂ ਵੱਡੇ ਹੋਏ ਉਹ ਫਾਦਰ ਸਾਹਿਬ ਬਾਰੇ ਮੈਨੂੰ ਵੀ ਦਾਦੀ ਜੀ ਨੇ ਵੀ ਦੱਸਿਆ। ਫਿਰ ਲੋਕਾਂ ਤੋਂ ਜਿਵੇਂ ਸੁਣਨ ਨੂੰ ਮਿਲਦਾ ਕੋਈ ਜਿਹੜੇ ਫਾਦਰ ਸਾਹਿਬ ਨਾਲ ਰਹਿ ਕੇ ਆਏ ਸੀ ਜਾਂ ਜਿੱਥੇ ਫਾਦਰ ਸਾਹਿਬ ਰਹਿ ਕੇ ਆਏ ਸੀ, ਜਦ ਉਹਨਾਂ ਤੋਂ ਸੁਣਨ ਨੂੰ ਮਿਲਦਾ ਤੇ ਫਿਰ ਉੱਥੇ ਇੱਕ ਮਾਣ ਮਹਿਸੂਸ ਹੁੰਦਾ ਵੀ ਅਸੀਂ ਉਹ ਪਰਿਵਾਰਾਂ ਵਿੱਚੋਂ ਆ ਵੀ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਸਪੈਸ਼ਲ ਤੌਰ ਤੇ ਚੁਣਿਆ ਸੀਗਾ ਵੀ ਉਹ ਵੀ ਇਹ ਮੇਰੇ ਲਈ ਵੀ ਇੱਥੇ ਕੌਮ ਦੇ ਲਈ ਸ਼ਹਾਦਤ ਦੇਣਗੇ। ਕਿਉਂਕਿ ਕਈ ਕਹਿੰਦੇ ਨੇ ਵੀ ਤੁਸੀਂ ਬਹੁਤ ਚੜ੍ਹਦੀ ਕਲਾ ਵਾਲੇ ਪਰਿਵਾਰ ਹੋ, ਵੀ ਤੁਸੀਂ ਉਹਨਾਂ ਦੇ ਪਰਿਵਾਰ 'ਚੋਂ ਹੋ। ਜੋ ਮੇਰਾ ਮੰਨਣਾ ਵੀ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਵੀ ਉਹਨਾਂ ਦੇ ਹੁਕਮ ਤੋਂ ਬਾਹਰ ਵੀ ਕੋਈ ਨਹੀਂ ਹੋ ਸਕਦਾ। ਤੇ ਉੱਥੇ ਜੇ ਗੁਰੂ ਸਾਹਿਬ ਨੇ ਚਾਹਿਆ ਵੀ ਇਹਨਾਂ ਤੋਂ ਮੈਂ ਸੇਵਾ ਲੈਣੀ ਹੈ ਤੇ ਤਾਂ ਹੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਤੋਂ ਜਾਂ ਮੇਰੇ ਦਾਦਾ ਜੀ ਤੋਂ ਮੇਰੇ ਮਾਤਾ ਜੀ ਤੋਂ ਸੇਵਾ ਲਈ ਹੈ। ਜੇ ਪਰਿਵਾਰ ਵਾਰਿਆ, ਹਾਂਜੀ, ਆਪਾ ਵਾਰਿਆ, ਤਾਂ ਇਹ ਵੀ ਮੰਨਦੇ ਹੋ ਕਿ ਮਤਲਬ ਪ੍ਰਮਾਤਮਾ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਹੱਥ ਸਿਰ ਉੱਤੇ ਰੱਖਿਆ ਤੇ ਆਪਣੇ ਬਹੁਤ ਜ਼ਿਆਦਾ ਨਜ਼ਦੀਕ ਮੰਨਿਆ ਤਾਂ ਇਹ ਸੇਵਾ ਦਿੱਤੀ ਸੀ? ਹਾਂਜੀ ਜ਼ਰੂਰ ਜੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਉਹਨਾਂ ਨੇ ਜਦੋਂ ਉਹ ਕਹਿ ਦਿੱਤਾ ਸੀਗਾ 4 ਮਰੇ ਹੋਏ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ, ਜਦ ਉਹਨਾਂ ਹਜ਼ਾਰਾਂ ਦੇ ਵਿੱਚੋਂ ਅਸੀਂ ਸਾਰੇ ਹੈਗੇ ਆ ਤੇ ਜਦ ਗੁਰੂ ਸਾਹਿਬ ਹੁਕਮ ਕਰਨਗੇ ਤੇ ਸਾਰੇ ਤਿਆਰ ਆ ਜੀ। ਸੋ ਤੁਹਾਡਾ ਜਿਹੜਾ ਬਚਪਨ ਹੈ ਉਹ ਬਚਪਨ ਬਾਕੀ ਬੱਚਿਆਂ ਵਰਗਾ ਨਹੀਂ ਬੀਤਿਆ। ਤੁਹਾਡਾ ਬਚਪਨ ਸਿਰ ਦੇ ਉੱਤੇ ਪਿਤਾ ਦਾ ਸਾਇਆ ਨਹੀਂ ਹੈਗਾ, ਦੁਨੀਆ ਤੋਂ ਲੁਕਾ ਛਪਾ ਕੇ ਤੁਹਾਡੀ ਦਾਦੀ ਜੀ ਨੇ ਤੁਹਾਨੂੰ ਰੱਖਿਆ। ਯਕੀਨਨ ਅਜਿਹਾ ਕਹਿਰ ਪਰਿਵਾਰ ਉੱਤੇ ਹੋਇਆ ਹੋਵੇਗਾ ਕਿ ਤੁਹਾਡੀ ਦਾਦੀ ਦੀ ਰੂਹ ਕੰਗ ਗਈ ਹੋਵੇਗੀ ਤੇ ਉਹਨਾਂ ਨੇ ਤੁਹਾਨੂੰ ਉਹਨਾਂ ਜਿਹੜੀਆਂ ਬੁਰੇ ਪਰਛਾਵੇਂ ਨੇ ਉਹਨਾਂ ਲੋਕਾਂ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ। ਪਰ ਉਹ ਬਚਪਨ ਬਾਰੇ ਜਾਣਨਾ ਚਾਹੁੰਦੇ ਆ ਕਿ ਇਹ ਤੁਹਾਡਾ ਬਚਪਨ ਕਿਵੇਂ ਦਾ ਰਿਹਾ? ਬਚਪਨ ਮੇਰਾ ਜ਼ਿਆਦਾਤਰ ਰਿਹਾ ਹੋਸਟਲਾਂ ਦੇ ਵਿੱਚ ਹੈ ਜੀ। ਪਰ ਜਦੋਂ ਵੀ ਬੱਚਾ ਇੱਕ ਸੁਰਤ ਸੰਭਾਲਦਾ ਵੀ ਮੈਂ 8-9 ਸਾਲ ਦਾ ਜਦੋਂ ਹੁੰਦੇ ਆ ਤੇ ਪਤਾ ਲੱਗਦਾ ਵੀ ਇਹ ਦੁਨੀਆਦਾਰੀ ਦਾ, ਉਦੋਂ ਮੈਂ ਪਟਿਆਲੇ ਅਸੀਂ ਕਿਰਾਏ ਤੇ ਰਹਿੰਦੇ ਸੀਗੇ, ਇੱਕ ਰੂਮ ਦੇ ਵਿੱਚ ਸਾਡਾ ਸੀਗਾ। ਤੇ ਕਿਉਂਕਿ ਫਾਦਰ ਸਾਹਿਬ ਤੋਂ ਪਹਿਲਾਂ ਹੀ ਜਦ ਫਾਦਰ ਸਾਹਿਬ ਹਜੇ ਮੂਵਮੈਂਟ ਦੇ ਵਿੱਚ ਸੀਗੇ ਤੇ ਦਾਦੀ ਜੀ ਉਹਨਾਂ ਨੇ ਸਾਰਿਆਂ ਨੇ ਘਰ ਛੱਡਤਾ ਸੀਗਾ। ਤੇ ਕਿਉਂਕਿ ਪੁਲਿਸ ਇੱਥੇ ਰੋਜ਼ ਮੰਗੋ ਹੀ ਆਉਂਦੀ ਸੀ, ਸਵੇਰੇ ਸ਼ਾਮ ਜਦ ਮਰਜ਼ੀ ਆ ਜਾਂਦੀ ਸੀ। ਡੰਗਰ ਖੁੱਲੇ ਹੁੰਦੇ ਸੀਗੇ ਤੇ ਇਹ ਨਹੀਂ ਪਤਾ ਹੁੰਦਾ ਸੀ ਵੀ ਕਿਹੜੇ ਦੂਰ ਤੋਂ ਦੂਰ ਰਿਸ਼ਤੇਦਾਰ ਵੀ ਚੱਕੇ ਹੁੰਦੇ ਸੀਗੇ। ਸੋ ਉੱਥੇ ਵੀ ਰੇਡਾਂ ਮਾਰਦੇ ਸੀਗੇ ਵੀ ਕਿਤੇ ਵੀ ਇਹਨਾਂ ਦੇ ਮਾਂ-ਬਾਪ ਜਾਂ ਇਹਨਾਂ ਦੇ ਰਿਸ਼ਪਾਲ ਸਿੰਘ ਛੰਦੜਾ ਉੱਥੇ ਨਾ ਆਏ ਹੋਣ। ਸੋ
ਉਦੋਂ ਦੇ ਸਾਰੇ ਨਿਕਲੇ ਹੋਏ ਸੀਗੇ ਤੇ ਜਦੋਂ ਫਾਦਰ ਸਾਹਿਬ ਤੇ ਮਾਤਾ ਜੀ ਸ਼ਹੀਦ ਹੋਏ ਨੇ ਮੈਂ ਉਹਨਾਂ ਨਾਲ ਸੀਗਾ ਤੇ ਪਹਿਲਾਂ ਫਾਦਰ ਸਾਹਿਬ ਸ਼ਹੀਦ ਹੋਏ ਨੇ, ਮਾਤਾ ਜੀ ਬਾਅਦ ਚੋਂ ਦੋ ਦਿਨ ਬਾਅਦ ਚੋਂ ਇਹਨੇ ਪੁਲਿਸ ਉਹਨਾਂ ਨੂੰ ਲੈ ਕੇ ਗਈ ਆ। ਤੇ ਉੱਥੇ ਮਾਤਾ ਜੀ ਮੈਨੂੰ ਗੁਆਂਢੀਆਂ ਦੇ ਘਰੇ ਛੱਡ ਕੇ ਗਏ ਨੇ। ਉੱਥੋਂ ਕੋਈ ਸਿੰਘ ਮੇਰੇ ਮਾਮਾ ਜੀ ਦੇ ਜਿਹੜੇ ਅੱਗੇ ਨਾਨਕੇ ਸੀਗੇ ਉੱਥੇ ਅੱਗੇ ਛੱਡ ਕੇ ਗਏ ਸੀ, ਦਗਾਲ ਪਿੰਡ ਸੀਗਾ, ਉੱਥੇ ਛੱਡ ਕੇ ਗਏ ਸੀਗੇ। ਤੇ ਉੱਥੋਂ ਫਿਰ ਮੈਨੂੰ ਦਾਦੀ ਜੀ ਨੂੰ ਮੈਂ 3 ਮਹੀਨੇ ਬਾਅਦ ਮਿਲਿਆ ਆਪਣਿਆਂ ਨੂੰ। ਤੇ 3 ਮਹੀਨੇ ਬਾਅਦ ਮਿਲਿਆ ਤੇ ਹੌਲੀ ਹੌਲੀ ਮੈਨੂੰ ਜਿਵੇਂ ਪਤਾ ਲੱਗਿਆ ਦਾਦੀ ਜੀ ਨੇ ਵੀ ਜਿਵੇਂ ਪਤਾ ਲੱਗਿਆ ਦੁਨੀਆਦਾਰੀ 'ਚ ਹੈਗੇ ਆ। ਫਿਰ ਉਸ ਤੋਂ ਬਾਅਦ ਮੈਂ ਸਾਰਿਆਂ ਤੋਂ ਪਹਿਲਾਂ 7 ਫੇਸ ਕੰਵਰ ਸਿੰਘ ਧਾਮੀ ਜੀ ਕੋਲ ਹੋਸਟਲ ਦੇ ਵਿੱਚ ਗਿਆ ਵਾਂ 10ਵੇਂ ਸਾਲ ਦੇ ਵਿੱਚ। ਤੇ ਉੱਥੇ ਹੋਸਟਲ ਦੀ ਲਾਈਫ ਜਿਹੜੀ ਜਿਵੇਂ ਹੁੰਦੀ ਆ ਬਈ ਬੱਚੇ ਨੂੰ ਆਪਾਂ ਬਈ ਹਰ ਇੱਕ ਵਕਤ ਆਪਾਂ ਨੂੰ ਧਿਆਨ ਰੱਖਣਾ ਹੁੰਦਾ ਆਪਣੇ ਬੱਚੇ ਦਾ, ਹੈ ਨਾ। ਤੇ ਚਲੋ ਬਈ ਉਹਨਾਂ ਨੇ ਸਹੂਲਤਾਂ ਤਾਂ ਸੀਗੀਆਂ ਪਰ ਬਈ ਜਿੱਥੇ ਇੰਨੇ ਬੱਚੇ ਹੁੰਦੇ ਵੀ ਆਪਾਂ ਨਹੀਂ ਹਰ ਇੱਕ ਬੱਚੇ ਦਾ ਧਿਆਨ ਰੱਖ ਸਕਦੇ ਹੁੰਦੇ। ਸੋ ਉੱਥੇ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਪਰਿਵਾਰ 'ਚ ਮੰਗੀਆਂ ਜਾ ਸਕਦੀਆਂ ਉਹ ਬਾਹਰ ਨਹੀਂ ਮੰਗੀਆਂ ਜਾ ਸਕਦੀਆਂ ਜੀ। ਹੁਣ ਬੱਚੇ ਨੂੰ ਆਪਾਂ ਜੇ ਆਪਣਾ ਬੱਚਾ ਕਹੇ ਵੀ ਮੈਂ ਆਹ ਚੀਜ਼ਾਂ ਮੈਨੂੰ ਪਸੰਦ ਨਹੀਂ ਹੈਗੀ ਜਾਂ ਮੈਂ ਆ ਖਾ ਨਹੀਂ ਸਕਦਾ, ਹੈ ਨਾ। ਸੋ ਉੱਥੇ ਦਾ ਜੋ ਲੰਗਰ ਦੇ ਵਿੱਚ ਜਿਵੇਂ ਟਰਸਟ ਦੇ ਵਿੱਚ ਬਣਿਆ ਤੇ ਉਹ ਆਪਾਂ ਸਾਰਾ ਛਕਣਾ ਹੁੰਦਾ ਸੀ। ਤੇ ਕਈ ਵਾਰ ਜਿਹੜੀ ਇੱਕ ਪਿਤਾ ਤੋਂ ਕਹਿ ਕੇ ਚੀਜ਼ ਮੰਗਣੀ ਹੈ ਕਿ ਪਿਤਾ ਜੀ ਮੈਨੂੰ ਆਹ ਚਾਹੀਦਾ ਹੈ, ਜਾਂ ਮਾਂ ਦੇ ਨਾਲ ਲੜਾ ਕੇ ਜਿਹੜੀਆਂ ਚੀਜ਼ਾਂ ਲੈਣੀਆਂ, ਹਾਂਜੀ ਉਹ ਚੀਜ਼ਾਂ ਤੋਂ ਤੁਸੀਂ ਵਾਂਝੇ ਰਹੇ। ਵਾਂਝੇ ਵੀ ਰਹੇ ਜੀ, ਪਰ ਗੱਲ ਇਹ ਆ ਵੀ ਪਰ ਜਦੋਂ ਵੱਡੇ ਹੋਏ ਆ ਉਹ ਮਕਸਦ ਨੂੰ ਦੇਖਿਆ ਜੋ ਫਾਦਰ ਸਾਹਿਬ ਉਹਨਾਂ ਦਾ ਮਕਸਦ ਸੀਗਾ ਜਿਹਦੇ ਕਰਕੇ ਉਹਨਾਂ ਨੇ ਸ਼ਹਾਦਤਾਂ ਪਾਈਆਂ ਨੇ। ਫਿਰ ਉਹ ਚੀਜ਼ਾਂ ਦੇ ਪਿੱਛੇ ਵੀ ਜਿਹੜੀਆਂ ਸਾਡੀਆਂ ਵੀ ਆਪਣੀਆਂ ਛੋਟੀਆਂ ਡਿਮਾਂਡਾਂ ਹੁੰਦੀਆਂ ਨੇ ਬੱਚੇ ਦੀਆਂ ਉਹ ਬਹੁਤ ਛੋਟੀਆਂ ਲੱਗਦੀਆਂ ਨੇ। ਉੱਥੇ ਬਹੁਤ ਖੁਸ਼ੀ ਹੁੰਦੀ ਹੈ ਵੀ ਅਸੀਂ ਉਹ ਪਰਿਵਾਰਾਂ ਦੇ ਵਿੱਚੋਂ ਆ, ਪੂਰੀ ਕੌਮ ਦਾ ਸਪੁੱਤਰ ਹੁੰਦਾ ਮਿਲਿਆ, ਵੀ ਉਹਨਾਂ ਦਾ ਸਪੁੱਤਰ ਹੁੰਦਾ ਵੀ ਮਿਲਿਆ ਪੂਰੀ ਕੌਮ ਦਾ, ਹਨਾ। ਉੱਥੇ ਫਿਰ ਉਹ ਜਿਹੜੀਆਂ ਡਿਮਾਂਡਾਂ ਛੋਟੀਆਂ ਹੁੰਦੀਆਂ ਨੇ ਸੀ ਉਹ ਬਹੁਤ ਛੋਟੀਆਂ ਲੱਗਦੀਆਂ ਨੇ। ਉੱਥੇ ਫਿਰ ਇਹ ਹੁੰਦਾ ਵੀ ਅਸੀਂ ਕੌਮ ਦੇ ਵੀ ਉਸ ਸ਼ਹੀਦ ਸਿੰਘਾਂ ਦੇ ਵਾਰਸ ਆ। ਤੇ ਉੱਥੇ ਫਿਰ ਇਹ ਵੀ ਫੀਲ ਹੁੰਦਾ ਵੀ ਉੱਥੇ ਸਾਡੀਆਂ ਵੀ ਡਿਊਟੀਆਂ ਜਿਹੜੀਆਂ ਬਣਦੀਆਂ ਨੇ ਕੌਮ ਪ੍ਰਤੀ ਵੀ ਉਹ ਸਾਨੂੰ ਉੱਥੇ ਨਿਭਾਉਣੀਆਂ ਪੈਣੀਆਂ ਨੇ ਜੀ। ਤਾਂ 1984 ਜਦੋਂ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਫੌਜ ਹਮਲਾ ਕਰਦੀ ਹੈ ਤਾਂ ਉਸ ਤੋਂ ਬਾਅਦ ਕੁਝ ਸਮਾਂ ਭਾਈ ਰਛਪਾਲ ਸਿੰਘ ਛੰਦੜਾ ਜੀ ਗੁਪਤ ਰੂਪ ਦੇ ਵਿੱਚ ਸੇਵਾ ਕਰਦੇ ਨੇ। ਉਸ ਤੋਂ ਬਾਅਦ ਜਦੋਂ ਉਹ ਗੁਪਤ ਰੂਪ ਦੇ ਵਿੱਚ ਕੀਤੀਆਂ ਗਈਆਂ ਸੇਵਾਵਾਂ ਜ਼ਾਹਿਰ ਹੋ ਜਾਂਦੀਆਂ ਨੇ, ਪਤਾ ਲੱਗ ਜਾਂਦੀਆਂ ਤਾਂ ਉਹ ਘਰ 1986 ਦੇ ਵਿੱਚ ਛੱਡ ਦਿੰਦੇ ਨੇ। ਹਾਂਜੀ, 1986 ਦੇ ਵਿੱਚ ਜਦੋਂ ਘਰ ਛੱਡਦੇ ਆ ਜੀ, ਪਹਿਲਾਂ ਗੁਪਤ ਤੌਰ ਤੇ ਜਿਵੇਂ ਇੱਥੇ ਸਮਰਾਲੇ 1-2 ਸੀਗੇ ਜਿਹੜੇ ਉਸ ਵੇਲੇ ਕੰਮ ਖਰਾਬ ਕਰਦੇ RSS ਦੇ ਬੰਦੇ ਸੀਗੇ। ਤੇ ਜਿਵੇਂ ਫਾਦਰ ਸਾਹਿਬ ਉਹਨਾਂ ਨੇ ਰਾਤ ਨੂੰ ਜਾ ਕੇ ਉਹਨੂੰ ਸੌਦਾ ਉਹਨਾਂ ਨੂੰ ਲਾਇਆ ਤੇ ਸਵੇਰੇ ਇੱਥੇ ਜਦ ਪਿੰਡ 'ਚ ਗੱਲਾਂ ਹੋਣੀਆਂ ਵੀ ਅੱਜ ਸਮਰਾਲੇ ਉੱਥੇ ਐਂ ਹੋ ਗਿਆ ਤੇ ਫਾਦਰ ਸਾਹਿਬ ਉਹਨਾਂ ਨੇ ਜਿਵੇਂ ਸਾਈਕਲ ਦੇ ਖੜੇ ਉਹਨਾਂ ਨੇ ਕਹਿਣਾ ਵੀ ਐਂ ਹੋ ਗਿਆ ਵੀ ਪਿੰਡ ਵਾਲੇ ਵੀ ਫਿਰ ਬਾਅਦ 'ਚ ਦੱਸਦੇ ਕਹਿੰਦੇ ਵੀ ਉਦੋਂ ਆ ਵੀ ਇਹਨਾਂ ਨੇ ਕਿਤੇ ਸਵੇਰੇ ਅਸੀਂ ਗੱਲ ਕਰਨੀ ਤੇ ਉਹਨਾਂ ਨੇ ਕਹਿਣਾ ਜੀ ਜੀ ਐਂ ਹੋ ਗਿਆ। ਤੇ ਕਹਿੰਦੇ ਬਾਅਦ 'ਚ ਜਦੋਂ ਰੇਡ ਪਈ ਤਾਂ ਇੱਥੇ ਜਦ ਲੈਣ ਆਏ ਤੇ ਉਦੋਂ ਫਾਦਰ ਸਾਹਿਬ ਇੱਥੋਂ ਭੱਜ ਗਏ ਸੀਗੇ। ਤੇ ਉਹ ਤੋਂ ਬਾਅਦ ਪਤਾ ਲੱਗਿਆ ਵੀ ਜਿਹੜਾ ਉਹ ਸਾਰਾ ਵੀ ਇੱਧਰ ਸਮਰਾਲੇ ਏਰੀਏ 'ਚ ਇੱਧਰ ਵੀ ਜਿਹੜੇ ਖਰਾਬ ਕਰਦੇ ਸੀ RSS ਵਾਲੇ ਤੇ ਉਹ ਜਿਹੜੇ ਉਹਨਾਂ ਨੂੰ ਸੌਦਾ ਲਾਉਣ ਵਾਲੇ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਸੀਗੇ। ਤੇ ਕਹਿੰਦੇ ਉਦੋਂ ਸਾਰੇ ਹੈਰਾਨ ਹੋਏ ਜੀ। ਤੇ ਤੁਹਾਡੇ ਦਾਦਾ ਜੀ ਵੀ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੈ ਜਿਹੜੀ ਉਹ ਕਿਵੇਂ ਹੋਈ ਆ? ਪੁਲਿਸ ਉਹਨਾਂ ਨੂੰ ਕਦੋਂ ਚੁੱਕ ਕੇ ਜਾਂਦੀ ਹੈ? ਮੈਂ ਉਦੋਂ 13 ਦਿਨ ਦਾ ਸੀਗਾ ਜੀ। ਤੇ ਕੁਦਰਤੀ ਇੱਥੇ ਨਾਲ ਹੀ ਸਾਡਾ ਦਰਾਹਾ ਪੈਂਦਾ ਵਾ ਕਿਸਮਤੀ, ਉੱਥੇ ਦਾਦਾ ਜੀ ਕੁੜਤੇ ਪਜਾਮੇ ਸਮਾਉਣ ਆਏ ਸੀਗੇ ਤੇ ਉਦੋਂ ਲੈਣ ਆਏ ਸੀ ਕੁੜਤੇ ਪਜਾਮੇ, ਪਹਿਲਾਂ ਸਮਾਉਣ ਦਿੱਤੇ ਹੋਏ ਸੀ ਜਪਨ ਸਟੋਰ ਆ ਉੱਥੇ। ਤੇ ਉਹਨਾਂ ਦੇ ਜਦ ਲੈਣ ਗਏ ਤੇ ਉੱਥੇ ਉਹਨਾਂ ਨੇ ਜਦ ਹਜੇ ਪਾ ਕੇ ਦੇਖਦੇ ਸੀਗੇ ਕੁਦਰਤੀ ਫਾਦਰ ਸਾਹਿਬ ਤੇ ਨਾਲ ਉਹਨਾਂ ਦੇ ਇੱਕ ਹੋਰ ਸਿੰਘ ਸੀਗਾ ਤੇ ਉਹ ਉਹਨਾਂ ਨੂੰ ਉੱਥੇ ਮਿਲ ਗਏ। ਤੇ ਉਦੋਂ ਮੈਂ ਹਜੇ ਹੋਇਆ ਸੀ ਮੇਰੇ 13 ਦਿਨ ਦਾ ਸੀਗਾ ਜੀ। ਤੇ ਉਹ ਇੱਕ ਨਾਲ ਦੇ ਸਿੰਘ ਨੇ ਜਿਹੜਾ ਫਾਦਰ ਸਾਹਿਬ ਨੂੰ ਉਹਨਾਂ ਨੂੰ ਦਾਦਾ ਜੀ ਨੂੰ ਕਹਿੰਦੇ ਵੀ ਆਜੋ ਤੁਹਾਨੂੰ ਤੁਹਾਡਾ ਪੋਤਾ ਦਿਖਾ ਕੇ ਲੈ ਕੇ ਆਈਏ। ਤੁਸੀਂ ਜਾਨੀ ਕਿ ਆਪਣੇ ਪਿਤਾ ਜੀ ਦੇ ਨਾਲ? ਮੈਂ ਨਾਲ ਹੀ ਸੀਗਾ ਜੀ। ਮਾਤਾ ਜੀ ਨੇ ਤੁਹਾਡੇ ਉਹ ਪਿਤਾ ਜੀ ਹਾਂਜੀ ਨਾਲ ਹੀ ਰਹਿੰਦੇ, ਮੂਵਮੈਂਟ 'ਚ ਰਹੇ ਆ ਜੀ। ਜਾਨੀ ਕਿ ਤੁਹਾਡਾ ਜਨਮ ਮੂਵਮੈਂਟ ਦੇ ਵਿੱਚ ਹੀ ਹੋਇਆ ਜੀ। ਤੇ ਉਹਨਾਂ ਨੇ ਕਿਹਾ ਵੀ ਆਜੋ ਤੁਹਾਡਾ ਪੋਤਾ ਦਿਖਾ ਕੇ ਲੈ ਕੇ ਆਈਏ। ਤੇ ਦਾਦਾ ਜੀ ਕਿਹੜੇ ਬਜ਼ੁਰਗ ਨਹੀਂ ਹੋਗਾ ਵੀ ਆਪਣਾ ਪੋਤਾ ਦੇਖੀਏ। ਤੇ ਉਦੋਂ ਹੀ ਉਹ ਉੱਥੇ ਸਾਰਾ ਆਪਣਾ ਸਾਈਕਲ ਛੱਡ ਕੇ ਤੇ ਗੱਡੀ 'ਚ ਬਹਿ ਗਏ ਨੇ। ਤੇ ਅੱਗੇ ਮਲੋਟ ਥਾਣੇ ਦੇ ਕੋਲ ਕਿਤੇ ਨਾਕਾ ਲੱਗਿਆ ਹੋਇਆ ਸੀਗਾ ਤੇ ਨਾਕਾ ਲੱਗਿਆ ਹੋਇਆ ਉਹਨਾਂ ਨੇ ਜਿਹੜਾ ਸਿੰਘ ਸੀਗਾ ਉਹਨੂੰ ਉਤਾਰਤਾ ਵੀ ਬਈ ਤੁਸੀਂ ਆ ਸ਼ਸਤਰ ਲੈ ਕੇ ਉਤਰ ਜਾਓ ਤੇ ਵੀ ਆਪਾਂ ਗੱਡੀ ਕਿਸੇ ਦੀ ਹੋਰ ਦੀ ਸੀਗੀ ਤੇ ਵੀ ਆਪਾਂ ਉੱਥੇ ਨਿਕਲ ਜਾਾਂਗੇ ਅੱਗੇ, ਹਨਾ। ਤੇ ਜਦੋਂ ਉੱਥੇ ਅੱਗੇ ਨਾਕੇ ਤੇ ਗਏ ਤੇ ਉਹਨਾਂ ਨੇ ਪਿੱਛੇ ਰੁਕਣ ਦਾ ਕਾਰਨ ਪੁੱਛਿਆ ਕਿਉਂਕਿ ਸਾਫ਼ ਸੜਕ ਸੀ, ਉਦੋਂ ਇੰਨਾ ਨਹੀਂ ਹੁੰਦੇ ਸੀਗੇ ਘਰ ਜਾਂ ਕੁਛ, ਹਨਾ, ਖੁੱਲੇ ਜਗ੍ਹਾ ਹੁੰਦੀਆਂ ਸੀ। ਤੇ ਉਹਨਾਂ ਨੇ ਪਿੱਛੇ ਰੁਕਣ ਦਾ ਕਾਰਨ ਪੁੱਛਿਆ ਤੇ ਉੱਥੇ ਦਾਦਾ ਜੀ ਉਹਨਾਂ ਨੇ ਕਿਹਾ ਵੀ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਇਸ ਪਿੰਡ 'ਚ ਤੇ ਬਈ ਅਸੀਂ ਉਹਨਾਂ ਦਾ ਪਤਾ ਪੁੱਛ ਰਹੇ ਸੀਗੇ। ਤੇ ਉਹਨਾਂ ਨੇ ਉੱਥੇ ਫਾਦਰ ਸਾਹਿਬ ਨੂੰ ਬਿਠਾ ਲਿਆ ਤੇ ਦਾਦਾ ਜੀ ਨੂੰ ਭੇਜਿਆ ਵੀ ਤੁਸੀਂ ਲੱਭ ਕੇ ਲੈ ਕੇ ਆਓ ਜੀ ਬੰਦੇ ਨੂੰ, ਰਿਸ਼ਤੇਦਾਰਾਂ ਨੂੰ, ਤੇ ਫਿਰ ਅਸੀਂ ਜਾਣ ਦੇਵਾਂਗੇ। ਤੇ ਦਾਦਾ ਜੀ ਘੁੰਮ ਫਿਰ ਕੇ ਥੋੜੀ ਦੇਰ ਬਾਅਦ ਆ ਗਏ ਵੀ ਕਹਿੰਦੇ ਜੀ ਮੈਨੂੰ ਪਤਾ ਲੱਭਿਆ ਨਹੀਂ ਹੈਗਾ। ਉਹਨਾਂ ਨੇ ਗੱਡੀ ਦੇ ਕਾਗਜ਼ ਮੰਗੇ, ਗੱਡੀ ਦੇ ਕਾਗਜ਼ ਹੈ ਨਹੀਂ ਸੀਗੇ। ਤੇ
ਉਹਨਾਂ ਨੇ ਥਾਣੇ ਲੈ ਗਏ ਜੀ। ਜੀ ਉਦੋਂ ਤੱਕ ਉਹ ਵੀ ਜਿਵੇਂ ਆਮ ਟਰੀਟ ਕਰ ਰਹੇ ਸੀ, ਵੀ ਜਿਵੇਂ ਕੋਈ ਆਮ ਬੰਦੇ, ਵੀ ਉਹਨਾਂ ਦੇ ਕਾਗਜ਼ ਨਹੀਂ ਹੈਗੇ ਤਾਂ ਫੜੇ ਆ। ਤੇ ਜਦੋਂ ਉਹਨਾਂ ਨੇ ਫਾਦਰ ਸਾਹਿਬ ਨੂੰ ਪਤਾ ਸੀਗਾ ਵੀ ਕੋਈ ਵੱਡਾ ਅਫਸਰ ਆ ਗਿਆ ਤੇ ਮੈਨੂੰ ਕਦੇ ਵੀ ਪਛਾਣ ਸਕਦੇ ਆ, ਤੇ ਉਹਨਾਂ ਨੇ ਉੱਥੇ ਵਾਸ਼ਰੂਮ ਦੀ ਮੰਗ ਕੀਤੀ ਵੀ ਮੈਨੂੰ ਵਾਸ਼ਰੂਮ ਜਾਣਾ, ਵੀ ਮੇਰਾ ਢਿੱਡ ਖਰਾਬ ਆ। ਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਪਤਾ ਸੀ ਵੀ ਉਹਦਾ ਜਿਹੜਾ ਬਾਥਰੂਮ ਆ ਉੱਪਰ ਕੋਠੇ ਤੇ ਆ। ਤੇ ਜਦੋਂ ਉਹਨਾਂ ਨੇ ਉੱਪਰ ਲੈ ਕੇ ਗਏ ਮਲੋਟ ਥਾਣੇ ਦੇ ਵਿੱਚ, ਤੇ ਉੱਥੋਂ ਫਾਦਰ ਸਾਹਿਬ ਉੱਪਰੋਂ ਛਾਲ ਮਾਰ ਕੇ ਪਿਛਲੇ ਪਾਸੇ ਭੱਜ ਗਏ ਆ। ਤੇ ਮੁੜ ਕੇ ਪਿੱਛੇ ਮੰਦਰ ਸੀਗਾ, ਪਿੱਛੋਂ ਕੋਈ ਬਾਹਮਣੀ ਆਈ ਤੇ ਉਹਨੇ ਦੱਸਿਆ ਵੀ ਤੁਹਾਡੇ ਥਾਣੇ 'ਚੋਂ ਕੋਈ ਬੰਦਾ ਭੱਜ ਗਿਆ। ਫਿਰ ਇਹਨਾਂ ਨੇ ਕੋਈ ਅਫਸਰ ਆ ਗਿਆ ਤੇ ਉਹਨਾਂ ਨੇ ਦਾਦਾ ਜੀ ਨੂੰ ਪਛਾਣ ਲਿਆ ਵੀ ਇਹਦਾ ਰਿਸ਼ਪਾਲ ਸਿੰਘ ਛੰਦੜਾ ਦੇ ਫਾਦਰ ਨੇ। ਤੇ ਉਹਨਾਂ ਨੇ ਉਹਨਾਂ ਨੂੰ ਫਿਰ ਇੰਟੈਰੋਗੇਟ ਕਰਨਾ ਸ਼ੁਰੂ ਕੀਤਾ। ਇੰਟੈਰੋਗੇਟ ਜਦੋਂ ਹੱਦ ਲੰਘੀ ਤੇ ਫਿਰ ਦਾਦਾ ਜੀ ਨੂੰ ਵੀ ਹੋਇਆ ਵੀ ਹੁਣ ਵੀ ਦੂਰ ਨਿਕਲ ਗਏ ਹੋਣਗੇ। ਤੇ ਫਿਰ ਉਹਨਾਂ ਨੇ ਕਿਹਾ ਵੀ ਉਹ ਤੁਹਾਡਾ ਪਿਓ ਰਿਸ਼ਪਾਲ ਸੀਗਾ ਤੇ ਮੈਂ ਉਹਦਾ ਪਿਓ ਆ, ਹੁਣ ਤੁਸੀਂ ਜੋ ਕਰਨਾ ਕਰ ਲਓ, ਵੀ ਉਹ ਤਾਂ ਗਿਆ। ਫਿਰ ਉਹਨਾਂ ਨੇ ਇਸੇ ਬਖਲਾੜ ਦੇ ਵਿੱਚ ਆ ਕੇ ਉਹਨਾਂ ਨੂੰ ਕਾਫੀ ਇੰਟੈਰੋਗੇਟ ਕੀਤਾ ਤੇ ਐਂਡ ਤੇ ਉਹਨਾਂ ਦੇ ਇੱਥੇ ਸਿਰ ਦੇ ਵਿੱਚ ਗੋਲੀ ਮਾਰ ਕੇ ਤੇ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ। ਤੇ ਫਿਰ ਇੱਥੇ ਆਪਣੇ ਪਿੰਡ ਦੀ ਇੱਕ ਫਿਰਨੀ ਸੀਗੀ, ਉੱਥੇ ਅਣਪਛਾਤੀ ਲਾਸ਼ ਕਹਿ ਕੇ ਪਾ ਗਏ ਸੀਗੇ। ਜਾਨੀ ਕਿ ਉਹਨਾਂ ਨੇ ਤੁਹਾਨੂੰ ਦੇਖਣਾ ਸੀ ਪਰ ਉਹ ਤੁਹਾਨੂੰ ਦੇਖ ਨਹੀਂ ਹਾਂਜੀ ਸਕੇ। ਤੇ ਬਸ ਉਹ ਵਿੱਚ ਹਾਂਜੀ ਕਹਿ ਕੇ ਇੱਥੇ ਸੁੱਟ ਗਏ। ਤੇ ਉਸ ਵੇਲੇ ਆਮ ਸੀਗਾ ਜੀ ਇਹ ਚੀਜ਼ਾਂ, ਕਿਉਂਕਿ ਜਿਹੜਾ ਅਗਲੇ ਦਿਨ ਦਾ ਅਖਬਾਰ ਆ ਉਹ ਵੀ ਮੇਰੇ ਕੋਲ ਹੈਗਾ, ਮੈਂ ਤੁਹਾਨੂੰ ਦਿਖਾਊਂਗਾ। ਤੇ ਉਹਦੇ ਵਿੱਚ ਖਬਰ ਜਿਹੜੀ ਛਪੀ ਸੀਗੀ ਵੀ ਰਿਸ਼ਪਾਲ ਸਿੰਘ ਛੰਦੜਾ ਦੇ ਪਿਤਾ ਤੇ 13 ਹੋਰ ਹਲਾਕ। ਅੱਛਾ। ਤੇ ਉਹ 13 ਹੋਰ ਉਸ ਵੇਲੇ ਸ਼ਹੀਦ ਕਰੇ ਉਸ ਦਿਨ। ਤੇ ਤੁਸੀਂ ਆਪ ਲਾ ਲਓ ਵੀ ਉੱਥੇ ਉਸ ਟਾਈਮ ਦੇ ਵਿੱਚ ਜਿਹੜਾ ਆਮ ਸੀ, ਮਤਲਬ ਕਿਵੇਂ ਆਮ ਪੰਜਾਬ ਦੇ ਵਿੱਚ ਪੂਰੇ ਦੇ ਵਿੱਚੋਂ ਜਿਹੜਾ ਸੀਗਾ ਵੀ ਉਹ ਖਬਰ ਉਸ ਹਿਸਾਬ ਨਾਲ ਛਪੀ ਸੀਗੀ ਜੀ। ਜਿਹੜੇ ਵੀ ਨੌਜਵਾਨ ਮਿਲੇ ਜਾਂ ਜਿਹੜੇ ਨੌਜਵਾਨ ਜਿਵੇਂ ਤੁਹਾਡੇ ਦਾਦਾ ਜੀ ਨੂੰ ਸ਼ਹੀਦ ਕੀਤਾ। ਹਾਂਜੀ। ਤੇ ਇੱਕ ਉਰੇ ਕਿੱਸਾ ਮਸ਼ਹੂਰ ਹੈ ਇਲਾਕੇ ਦੇ ਵਿੱਚ ਕਿ ਇੱਕ ਸੰਤ ਕੁਮਾਰ ਨਾਂ ਦਾ ਕੋਈ ਪੁਲਿਸ ਅਫਸਰ ਹੁੰਦਾ ਸੀ ਜਿਹੜਾ ਧਮਕਾਉਂਦਾ ਸੀ, ਤੇ ਉਸ ਤੋਂ ਬਾਅਦ ਭਾਈ ਰਿਸ਼ਪਾਲ ਸਿੰਘ ਛੰਦੜਾ ਨੇ ਉਹਨਾਂ ਨੂੰ ਫੋਨ ਕੀਤਾ ਤੇ ਉਹ ਉਸ ਤੋਂ ਬਾਅਦ ਇਦਾਂ ਘਟਨਾ ਹੋਈ ਹੈ। ਹਾਂਜੀ, ਉਹ ਇੱਕ ਆਪਣੇ ਸੰਤ ਕੁਮਾਰ ਸੀਗੇ ਜੀ, ਉਹ ਇੱਥੇ ਇੰਚਾਰਜ ਲੱਗੇ ਸੀ ਨਵੇਂ। ਤੇ ਉਹਨਾਂ ਨੇ ਇੱਥੇ ਆ ਕੇ ਜਿਵੇਂ ਬਹੁਤ ਬੁੱਚੜ ਟਾਈਪ ਮੰਨੇ ਜਾਂਦੇ ਸੀ ਵੀ ਮੈਂ ਜਿਵੇਂ ਬਹੁਤ ਬੁੱਚੜ ਟਾਈਪ ਹੈਗਾ, ਤੇ ਉਹ ਇੱਥੇ ਕਿ ਉਹਨਾਂ ਨੇ ਘਵਾੜੇ ਆ ਕੇ ਥਾਣੇ ਦੇ ਇੰਚਾਰਜ ਲਿਆ ਸੀ। ਫਿਰ ਉਹਨਾਂ ਨੇ ਕਿਹਾ ਸੀ ਵੀ ਮੈਂ 3 ਦਿਨ ਦੇ ਵਿੱਚ ਵੀ ਰਿਸ਼ਪਾਲ ਸਿੰਘ ਛੰਦੜਾ ਨੂੰ ਫੜ ਕੇ ਸ਼ਹੀਦ ਕਰੂੰਗਾ। ਤੇ ਉਹ ਜਦੋਂ ਫਾਦਰ ਸਾਹਿਬ ਨੂੰ ਪਤਾ ਲੱਗਿਆ ਤੇ ਫਾਦਰ ਸਾਹਿਬ ਨੇ ਘਵਾੜੇ ਹੀ ਆ ਕੇ STD ਤੋਂ ਫੋਨ ਕਰਿਆ ਵੀ ਮੈਂ ਆਹ ਥਾਂ ਦੇ STD ਤੇ ਖੜਾ ਵਾਂ, ਤੇ ਬਈ ਮੈਂ 3 ਦਿਨ ਇੱਥੇ ਤੇਰੀ ਵੇਟ ਕਰੂੰਗਾ, ਇਸ ਇਲਾਕੇ ਦੇ ਵਿੱਚ ਘੁੰਮੂੰਗਾ, ਬਈ ਜੇ ਤੇਰੇ 'ਚ ਹਿੰਮਤ ਆ ਤਾਂ ਵੀ ਆ ਜਾ ਇੱਥੇ, ਵੀ ਮੈਨੂੰ ਫੜ ਲਈ। ਉਹ 3 ਦਿਨ ਉਸ ਇਲਾਕੇ ਵਿੱਚ ਹੀ ਨਹੀਂ ਆਇਆ ਜੀ, ਉਹ ਸਾਨੇ ਵਾਲੇ ਘਵਾੜੇ ਏਰੀਏ ਦੇ ਵਿੱਚ ਨਹੀਂ ਆਇਆ। 3 ਦਿਨ ਬਾਅਦ ਉਹ ਫਿਰ ਆ ਕੇ ਉੱਥੇ ਦੁਬਾਰਾ ਉਹਨੇ ਆਪਣਾ ਇੰਚਾਰਜ ਲਿਆ। ਹਾਂਜੀ, ਰਿਸ਼ਪਾਲ ਸਿੰਘ ਛੰਦੜਾ ਜੀ ਨੂੰ ਲੁਧਿਆਣੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਂਜੀ। ਤੇ ਗ੍ਰਿਫਤਾਰ ਜਦੋਂ ਪੁਲਿਸ ਨੇ ਕੀਤਾ ਤਾਂ ਇੱਕ ਘਟਨਾ ਹੈ ਕਿ ਉਸ ਵੇਲੇ KPS ਗਿੱਲ ਦੀ ਮੁਲਾਕਾਤ ਹੋਈ ਸੀ। ਭਾਈ ਰਿਸ਼ਪਾਲ ਸਿੰਘ ਛੰਦੜਾ ਜੀ ਨੇ ਕਿਹਾ ਸੀ ਕਿ ਮੈਂ ਕੌਮ ਦਾ ਜਰਨੈਲ ਹਾਂ ਤੇ ਮੈਂ ਤੁਹਾਡਾ ਜੋ ਜਰਨੈਲ ਹੈ ਮੈਂ ਉਹਦੇ ਨਾਲ ਮਿਲਣਾ ਚਾਹੁੰਦਾ। ਤੇ ਉਸ ਤੋਂ ਬਾਅਦ ਮੂੰਹ ਤੇ ਥੁੱਕਣ ਦੀ ਵੀ ਘਟਨਾ ਇੱਕ, ਉਸ ਘਟਨਾ ਦਾ ਕੀ ਪੂਰਾ ਵੇਰਵਾ? ਜਿਵੇਂ ਫਾਦਰ ਸਾਹਿਬ ਜੀ ਲੰਬੇ 6 ਫੁੱਟ ਦੇ ਸੀਗੇ ਤੇ ਉਹਨਾਂ ਦਾ ਜਿਵੇਂ ਰੰਗ ਜਿਵੇਂ ਆਮ ਆਪਣੇ ਪਿੰਡ ਵਾਲਿਆਂ ਦਾ ਹੁੰਦਾ ਉਵੇਂ ਠੀਕ ਸੀਗਾ, ਤੇ ਉਹ ਆਪਣਾ ਭੇਸ ਬਦਲਣ ਦੇ ਵਿੱਚ ਬਹੁਤ ਮਾਹਿਰ ਸੀਗੇ। ਤੇ ਜਿਵੇਂ ਇੱਥੇ ਸਾਡੇ ਨੀਲੋਂ ਸਕੂਲ ਹੈ ਸੰਤ ਕਿਰਪਾਲ ਸਿੰਘ ਕਾਲਟਰੇਸ਼ਨ ਪਬਲਿਕ ਅਕੈਡਮੀ, ਉੱਥੇ ਉਹ ਐਜ਼ ਏ ਪ੍ਰੋਫੈਸਰ ਵੀ ਰਹੇ ਆ। ਇੱਥੇ ਦੜਾ ਬੰਨ ਕੇ ਰੱਖਦੇ ਸੀਗੇ ਤੇ ਦੂਜੀ ਪੱਗ ਦੂਜੀ ਤਰ੍ਹਾਂ ਪਹੁੰਚ ਕੇ ਬੰਨ ਕੇ ਰੱਖਦੇ ਸੀਗੇ ਜਦੋਂ ਮੂਵਮੈਂਟ ਦੇ ਵਿੱਚ ਸੀ ਉਹਨਾਂ ਦਿਨਾਂ ਦੇ ਵਿੱਚ ਜੀ। ਤੇ ਇੱਥੇ ਪ੍ਰੋਫੈਸਰ ਦੇ ਤੌਰ ਤੇ ਵੀ ਰਹੇ ਨੇ। ਤੇ ਜਿਵੇਂ ਆਪਣੇ ਇੱਥੇ ਨਾਲ ਹੀ ਨੀਲੋਂ ਸਕੂਲ ਹੈ ਜੀ। ਹਾਂਜੀ। ਤੇ ਉਹ ਇੱਥੇ ਜਿਹੜੇ ਉਸ ਵੇਲੇ ਕਾਰ ਸੇਵਾ ਵਾਲੇ ਬਾਬਾ ਜੀ ਨੇ ਉਹਨਾਂ ਨੇ ਤਿਆਰ ਕਰਾਏ ਸੀ, ਫਾਦਰ ਸਾਹਿਬ ਨੇ ਨਾਲ ਸੇਵਾ ਕਰਾਈ ਸੀ। ਤੇ ਉਹ ਚਾਹੁੰਦੇ ਸੀ ਵੀ ਇੱਥੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਪਣੇ ਨੌਜਵਾਨੀ ਗਰੀਬ ਪਰਿਵਾਰ ਪੜ੍ਹ ਸਕਣ, ਤੇ ਉੱਥੇ ਫਾਦਰ ਸਾਹਿਬ ਨੇ ਵੱਧ ਚੜ੍ਹ ਕੇ ਸੇਵਾ ਕਰੀ ਸੀ ਨਾਲ। ਤੇ ਉੱਥੇ ਹੀ ਫਿਰ ਉਹ ਨਾਲ ਆਪ ਐਜ਼ ਏ ਪ੍ਰੋਫੈਸਰ ਰਹਿੰਦੇ ਸੀ। ਕੋਈ ਕਈ ਵਾਰ ਪਿੰਡ ਦੇ ਵੀ ਜਾਂਦੇ ਸੀ, ਉਹ ਨਹੀਂ ਪਛਾਣ ਸਕਦੇ ਸੀ ਕਿਉਂਕਿ ਉਹਨਾਂ ਦਾ ਦਾੜਾ ਬੰਨਿਆ ਹੁੰਦਾ ਸੀਗਾ ਤੇ ਆਮ ਰਹਿੰਦੇ ਸੀ। ਤੇ ਕਈ ਥਾਂ ਲੁਧਿਆਣੇ ਜਿਵੇਂ ਉੱਥੇ ਕਈ ਥਾਂ ਦੇ ਇਹ ਦਿਹਾੜੀ ਦੇ ਤੌਰ ਤੇ ਵੀ ਰਹਿੰਦੇ ਸੀ, ਕਈ ਥਾਵਾਂ ਦੇ ਟਰੱਕ ਡਰਾਈਵਰ ਦੇ ਤੌਰ ਤੇ ਵੀ ਰਹਿੰਦੇ ਸੀ। ਸੋ ਉਹਨਾਂ ਨੂੰ ਛੇਤੀ ਪਛਾਣਨਾ ਇੰਨਾ ਸੌਖਾ ਨਹੀਂ ਸੀ। ਜਦੋਂ ਫੜੇ ਗਏ ਸੀ ਉਹ ਸਾਈਕਲ ਤੇ ਆਮ ਜਾ ਰਹੇ ਸੀਗੇ, ਤੇ ਸਾਈਕਲ ਤੇ ਜਾ ਰਹੇ ਸੀ ਤੇ ਨਾਲ ਦਿਸ਼ਾ ਚਾਚਾ ਜੀ ਮੂਹਰੇ ਬੈਠੇ ਸੀਗੇ ਡੰਡੇ ਤੇ। ਤੇ ਉਹ ਇੱਕ ਕੈਟ ਨੇ ਆ ਕੇ ਉਹਨਾਂ ਦੀ ਪਛਾਣ, ਪਹਿਲਾਂ ਨੇੜਿਓਂ ਕਿਤੇ ਜੂਸ ਪੀਤਾ, ਉੱਥੇ ਉਹਨਾਂ ਨੇ ਪਛਾਣ ਕੀਤੀ ਉਹਨਾਂ ਦੀ। ਫਿਰ ਉਹਨਾਂ ਨੇ ਇਸ਼ਾਰਾ ਕੀਤਾ ਜਿਹੜੀ ਪੁਲਿਸ ਦੀ ਜੀਪ ਪਿੱਛੇ ਆ ਰਹੀ ਸੀ ਬਈ ਇਹ ਰਿਸ਼ਪਾਲ ਸਿੰਘ ਛੰਦੜਾ ਵੀ ਕੌਣ ਨੇ, ਤੇ ਜਗਦੀਸ਼ ਸਿੰਘ ਦਿਸ਼ਾ ਜਿਹੜੇ ਲੈਫਟੀਨੈਂਟ ਚੀਫ ਸੀਗੇ ਉਹ ਕੌਣ ਨੇ। ਤੇ ਫਿਰ ਉਹਨਾਂ ਨੇ ਜਿਪਸੀ ਲਿਆ ਕੇ ਉਹਨਾਂ ਦੇ ਭਜਾ ਕੇ ਵਿੱਚ ਮਾਰੀ ਸੀ, ਤੇ ਉਹਨਾਂ ਦੀ ਜਿਹੜੀ ਫਾਦਰ ਸਾਹਿਬ ਦੀ ਜਿਹੜੀ ਲੱਤ ਸੀਗੀ ਉਹ ਲੱਤ ਜਿਹੜੀ ਟੁੱਟ ਗਈ ਸੀਗੀ।
ਤੇ ਜਗਦੀਸ਼ ਸਿੰਘ ਰੀਸ਼ਾ ਜੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਵੀ ਇਹ ਮੇਰੇ ਪਿੱਛੇ ਆਉਣਗੇ, ਤੇ ਪਰ ਉਹਨਾਂ ਨੂੰ ਪਤਾ ਸੀ ਵੀ ਰਿਸ਼ਪਾਲ ਸਿੰਘ ਛੰਦੜਾ ਕੌਣ ਆ ਤੇ ਜਗਦੀਸ਼ ਸਿੰਘ ਰੀਸ਼ਾ ਕੌਣ ਆ, ਤੇ ਉਹਨਾਂ ਨੇ ਪਹਿਲਾਂ ਰਿਸ਼ਪਾਲ ਸਿੰਘ ਛੰਦੜਾ ਜੀ ਨੂੰ ਕਾਬੂ ਕੀਤਾ ਤੇ ਫਿਰ ਉਹਨਾਂ ਨੇ ਜਗਦੀਸ਼ ਸਿੰਘ ਰੀਸ਼ਾ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ। ਤੇ ਅੱਗੇ ਇੱਕ ਫਰਨੀਚਰ ਸਟੋਰ ਸੀਗਾ, ਉੱਥੇ ਉਹਨਾਂ ਨੇ ਜਦ ਫੜਿਆ ਤੇ ਉੱਥੇ ਉਹਨਾਂ ਨੇ ਰੀਸ਼ਾ ਚਾਚਾ ਜੀ ਨੇ ਸੈਕੰਡ ਜਿਹੜਾ ਮੌਕੇ ਤੇ ਲੈ ਲਿਆ ਸੀਗਾ। ਤੇ ਬਾਅਦ ਚੋਂ ਫਾਦਰ ਸਾਹਿਬ ਨੂੰ ਇਹ ਆਪਣੇ ਸੀਏ ਸਟਾਫ ਲੈ ਕੇ ਆਏ ਸੀ ਲੁਧਿਆਣੇ, ਤੇ ਉੱਥੇ ਜਦੋਂ ਇਹਨਾਂ ਨੂੰ ਪਹਿਲਾਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤੇ ਫਾਦਰ ਸਾਹਿਬ ਪਹਿਲਾਂ ਤਾਂ ਮੰਨੇ ਨਹੀਂ ਵੀ ਮੈਂ ਰਿਸ਼ਪਾਲ ਸਿੰਘ ਆ, ਤੇ ਇਹਨਾਂ ਨੇ ਉਦੋਂ ਕਾਰਡ ਜਿਹੜਾ ਸੀਗਾ ਇਹਨਾਂ ਕੋਲ ਬਿਜਲੀ ਬੋਰਡ ਦਾ ਜਈ ਦਾ ਬਣਿਆ ਹੋਇਆ ਸੀਗਾ, ਤੇ ਇਹਨਾਂ ਨੇ ਕਿਹਾ ਜੀ ਮੈਂ ਤਾਂ ਵੀ ਆ ਫਲਾਣੇ ਪਿੰਡ ਤੋਂ, ਬਿਜਲੀ ਬੋਰਡ ਦੇ ਵਿੱਚ ਜਈ ਦਾ ਕਾਰਡ, ਤੇ ਇਹਨਾਂ ਨੇ ਕਿਹਾ ਵੀ ਮੈਂ ਤਾਂ ਫਲਾਣੇ ਪਿੰਡ ਤੋਂ ਜਈ ਆ ਜੀ, ਤੇ ਵੀ ਮੈਨੂੰ ਤੁਸੀਂ ਗਲਤ ਜੀ ਨਾਲ ਕਿਤੇ ਫੜ ਲਿਆ। ਤੇ ਉਹ ਇੰਟਰੋਗੇਟ ਕਰ ਰਹੇ ਸੀ ਪਰ ਫਾਦਰ ਸਾਹਿਬ ਮੰਨ ਨਹੀਂ ਰਹੇ ਸੀ। ਫਾਦਰ ਸਾਹਿਬ ਕਹਿੰਦੇ ਵੀ ਤੁਸੀਂ ਦੁਬਾਰਾ ਦੇਖ ਲਓ ਜੀ, ਵੀ ਤੁਸੀਂ ਉਵੇਂ ਨਾ ਕੋਈ ਹਨਾ ਵੀ ਕਿਸੇ ਪਰਿਵਾਰ ਦਾ ਸ਼ਹੀਦ ਕਰ ਦਿਓ। ਤੇ ਫਿਰ ਜਦੋਂ ਉਹਨਾਂ ਨੇ ਨਹੀਂ ਹੋਇਆ ਤੇ ਫਿਰ ਬਾਅਦ ਚੋਂ ਉਹਨਾਂ ਨੇ ਇੱਥੇ ਪਿੰਡ ਚੋਂ ਕੋਈ ਲੈ ਕੇ ਗਏ ਸੀਗੇ ਤੇ ਉਹਨਾਂ ਤੋਂ ਪਛਾਣ ਕਰਾਈ ਤੇ ਉਹਨਾਂ ਨੇ ਪਛਾਣ ਕੀਤੀ ਵੀ ਇਹ ਰਿਸ਼ਪਾਲ ਸਿੰਘ ਹੀ ਆ। ਫਿਰ ਉਹ ਤੋਂ ਬਾਅਦ ਇਹਨਾਂ ਨੇ ਫਾਦਰ ਸਾਹਿਬ ਨੇ ਜਦੋਂ ਪਤਾ ਲੱਗ ਹੀ ਗਿਆ, ਫਿਰ ਫਾਦਰ ਸਾਹਿਬ ਨੂੰ ਜਦੋਂ ਉਹਨਾਂ ਨੇ ਸਖਤੀ ਨੂੰ ਦੁਬਾਰਾ ਪੁੱਛਣਾ ਸ਼ੁਰੂ ਕਰੇ ਤੇ ਫਾਦਰ ਸਾਹਿਬ ਕਹਿੰਦੇ ਮੈਂ ਕੌਮ ਦਾ ਜਰਨੈਲ ਹਾਂ, ਵੀ ਜੇ ਤੁਹਾਡਾ ਕੋਈ ਜਰਨੈਲ ਹੈਗਾ ਤਾਂ ਫਿਰ ਉਹਨੂੰ ਬੁਲਾ ਕੇ ਲੈ ਕੇ ਆਓ ਤੇ ਮੈਂ ਉਹਦੇ ਨਾਲ ਗੱਲ ਕਰੂੰਗਾ, ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਫਿਰ ਉਹਨਾਂ ਨੇ KPS ਗਿੱਲ ਨੂੰ ਬੁਲਾਇਆ ਤੇ KPS ਗਿੱਲ ਨੂੰ ਹੋਇਆ ਵੀ ਕਿਤੇ ਮੈਂ ਰਿਸ਼ਪਾਲ ਸਿੰਘ ਛੰਦੜਾ ਤੋਂ ਵੀ ਜਿਹੜਾ ਵੀ ਸਭ ਕੁਝ ਕਹਾਲੂ ਵੀ ਜਿਹੜਾ ਇਹਨਾਂ ਨੇ ਮੈਨੂੰ ਬੁਲਾਇਆ ਵਾ। ਤੇ ਫਾਦਰ ਸਾਹਿਬ ਨੇ ਉੱਥੇ ਪਾਣੀ ਦੀ ਮੰਗ ਕੀਤੀ। ਜਦ ਉਹਨਾਂ ਨੇ ਪਾਣੀ ਦੀ ਮੰਗ ਕੀਤੀ ਤੇ ਉਹਨੇ KPS ਗਿੱਲ ਨੇ ਖੁਸ਼ ਹੋ ਕੇ ਪਾਣੀ ਮੰਗਾ ਕੇ ਦਿੱਤਾ ਜਦੋਂ, ਤੇ ਫਾਦਰ ਸਾਹਿਬ ਨੇ ਜਿਵੇਂ ਪਹਿਲੀ ਜਿਹੜੀ ਘੁੱਟ ਭਰੀ ਤੇ ਉਹਦੀ ਕੁਰਲੀ ਸਿੱਧੀ KPS ਗਿੱਲ ਦੇ ਮੂੰਹ ਤੇ ਜਿਹੜੀ ਕਰ ਦਿੱਤੀ। ਤੇ ਉਹ ਕਹਿੰਦੇ ਵੀ ਬੱਚੜਾ ਵੀ ਤੂੰ ਸਾਡੀ ਕੌਮ ਦਾ ਉਜਾੜਾ ਕੀਤਾ ਵਾ, ਤੂੰ ਮੇਰੇ ਨਾਲ ਦੇ ਸਾਥੀਆਂ ਦਾ ਪਤਾ ਕਰਨਾ ਚਾਹੁੰਦਾ ਵੀ ਤੂੰ ਇਹੀ ਜਿਹੜਾ 75 ਸਾਲਟਾਂ ਮੇਰੇ ਕੋਲ ਲੁਧਿਆਣੇ 'ਚ ਪਈਆਂ ਨੇ, ਤੂੰ ਇਹ ਕੀ ਕਹੇਂਗਾ ਮੇਰੇ ਤੋਂ ਵੀ ਕਿੱਥੇ ਪਈਆਂ ਨੇ, ਤੂੰ ਇਹੀ ਕਹਾ ਦੇ ਵੀ ਮੈਂ ਤੇਰੇ ਮੂੰਹ ਤੇ ਕੁਰਲੀ ਕੀਤੀ ਆ, ਵੀ ਤੇਰੇ ਲਈ ਇਹ ਬਹੁਤ ਵੱਡੀ ਅਚੀਵਮੈਂਟ ਹੋ ਜੂਗੀ। ਤੇ ਉਹਨਾਂ ਨੇ ਇਹੀ ਬਖਲਾਹਟ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਅੰਨਾ ਤਸ਼ੱਦਦ ਕੀਤਾ, ਜਿਹੜੀ ਆ ਲੱਤ ਸੀਗੀ ਇਹ ਲੱਤ ਅੱਡ ਕਰਤੀ ਸੀਗੀ ਉਹਨਾਂ ਨੇ, ਆ ਸਾਰੇ ਥਾਂ ਤੇ ਪ੍ਰੈਸਾਂ ਲਾਤੀਆਂ ਸੀਗੀਆਂ ਜੀ ਫਾਦਰ ਸਾਹਿਬ ਦੇ ਵਿੱਚ ਵੀ ਇਹ ਲੱਤ ਅੱਡ, ਹਾਂਜੀ, ਤੇ ਗੋਡਾ ਸਿੱਧਾ ਜੀ ਉੱਥੇ ਲੱਤ ਸਾਰੀ ਟੇਢੀ ਹੋਈ ਆ, ਤੇ ਜਿਹੜੇ ਆ ਸਾਰੇ ਪ੍ਰੈਸਾਂ ਲਾਈਆਂ ਸੀ ਇੱਥੇ ਸਰੀਏ ਸੀਗੇ, ਜਵਾੜਾ ਸਾਰਾ ਤੋੜਿਆ ਹੋਇਆ ਸੀਗਾ, ਤੇ ਐਂਡ ਤੇ ਉਹਨਾਂ ਦੇ ਵੀ ਸਿਰ ਦੇ ਵਿੱਚ ਜਿਹੜੀ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਜੀ, ਵੱਡੀ ਹੋਈ ਸੀ ਜੀ ਉਹਨਾਂ ਦੀ। ਤੇ ਉਸ ਤੋਂ ਬਾਅਦ ਪੁਲਿਸ ਫਿਰ ਘਰੇ ਪਹੁੰਚਦੀ ਹੈ? ਨਹੀਂ, ਉਸ ਤੋਂ ਬਾਅਦ ਜੀ ਅਗਲੇ ਦਿਨ ਖਬਰ ਆਉਂਦੀ ਹੈ ਵੀ ਰਿਸ਼ਪਾਲ ਸਿੰਘ ਛੰਦੜਾ ਨੂੰ ਵੀ ਉਹਨਾਂ ਨੇ ਸ਼ਹੀਦ ਕੀਤਾ ਹੈ। ਤੇ ਉਦੋਂ ਮਾਤਾ ਜੀ ਜਿਹੜੇ ਸੀਗੇ ਵੀ ਇੱਥੇ ਲੁਧਿਆਣੇ ਜਿੱਥੇ ਫਾਦਰ ਸਾਹਿਬ ਨਾਲ ਰਹਿੰਦੇ ਸੀਗੇ ਉੱਥੇ ਸੀਗੇ, ਤੇ ਮਾਤਾ ਜੀ ਹੁਣੀ ਫਿਰ ਅੰਮ੍ਰਿਤਸਰ ਗਏ ਸੀਗੇ ਵੀ ਉੱਥੋਂ ਨਾਲ ਮੂਵ ਹੋ ਗਏ ਵੀ ਹਨਾ ਵੀ ਪਤਾ ਨਾ ਲੱਗ ਜੇ। ਤੇ ਫਿਰ ਉਹਨਾਂ ਨੂੰ ਇਹ ਸੀਗਾ ਵੀ ਉੱਥੋਂ ਸਮਾਨ ਵੀ ਆਪਾਂ ਚੱਕ ਕੇ ਵੀ ਲਿਆਈਏ ਵੀ ਕੋਈ ਸਮਾਨ ਨਾ ਪਤਾ ਲੱਗੇ। ਤੇ ਜਦੋਂ ਉਹ ਸਮਾਨ ਅਗਲੇ ਦਿਨ ਲੈਣ ਗਏ ਤਾਂ ਉੱਥੇ ਉਹਨਾਂ ਨੂੰ ਫਿਰ ਆਇਆ ਵੀ ਉੱਥੇ ਜਾ ਘਰੇ ਪਹੁੰਚੇ ਲੁਧਿਆਣੇ ਤੇ ਵੀ ਇੱਥੋਂ ਜੀ ਆਪਾਂ ਸਮਾਨ ਕਿਤੇ ਲੈ ਕੇ ਜਾਂਦੇ ਕਿਰਾਏ ਦੀ ਗੱਡੀ ਕਰਕੇ, ਕੱਲ ਨੂੰ ਘਰ ਟਰੇਸ ਹੁੰਦਾ ਤੇ ਫਿਰ ਆਪਾਂ ਨੂੰ ਉਹ ਦੱਸ ਸਕਦਾ ਵੀ ਮੈਂ ਕਿੱਥੋਂ ਇੱਥੋਂ ਗੱਡੀ ਲੈ ਕੇ ਕਿੱਥੇ ਭਰ ਕੇ ਲੈ ਕੇ ਗਿਆ, ਵੀ ਕਿਉਂ ਨਾ ਵੀ ਆਪਾਂ ਅਨਨੋਨ ਵੀ ਅੰਮ੍ਰਿਤਸਰ ਤੋਂ ਕੋਈ ਬੰਦਾ ਲੈ ਕੇ ਵੀ ਜਿਹਨੂੰ ਪਤਾ ਹੀ ਨਾ ਹੋਵੇ ਵੀ ਕਿੱਥੋਂ ਸਮਾਨ ਭਰ ਕੇ ਕਿੱਥੇ ਲੈ ਕੇ ਜਾ ਰਹੇ ਹਾਂ ਜੀ। ਸੋ ਉਹਨਾਂ ਨੇ ਮਾਮਾ ਜੀ ਉੱਥੇ ਵੀ ਟਰੱਕ ਲੈਣ ਚਲੇ ਗਏ ਸੀ ਅੰਮ੍ਰਿਤਸਰ, ਤੇ ਨਾਨੀ ਤੇ ਜਿਹੜੇ ਮਾਤਾ ਜੀ ਸੀਗੇ ਉੱਥੇ ਲੁਧਿਆਣੇ ਕੋਠੀ ਦੇ ਵਿੱਚ ਰੁਕੇ ਸੀਗੇ, ਤੇ ਇਹਨਾਂ ਨੂੰ ਘਰ ਟਰੇਸ ਹੋ ਗਿਆ ਸੀਗਾ ਤੇ ਪੁਲਿਸ ਨੇ ਉੱਥੇ ਆ ਕੇ ਨਾਨੀ ਜੀ ਤੇ ਮਾਤਾ ਜੀ ਨੂੰ ਫੜ ਲਿਆ ਸੀ। ਤੇ ਉਹ ਤੋਂ ਬਾਅਦ ਜਿਹੜਾ ਮੈਨੂੰ ਉਹਨਾਂ ਨੇ ਮਾਤਾ ਜੀ ਨੇ ਗਵਾਂਢੀਆਂ ਨੂੰ ਦੇ ਕੇ ਇੱਕ ਸਾਡੇ ਉਹਨਾਂ ਦੇ ਕੁੱਤਾ ਰੱਖਿਆ ਹੋਇਆ ਸੀਗਾ ਬੁਲਡੌਗ ਫਾਦਰ ਸਾਹਿਬ ਉਹਨਾਂ ਦਾ, ਤੇ ਉਹ ਉੱਥੇ ਦੇ ਕੇ ਦੇ ਵੀ ਉਹਨਾਂ ਨੇ ਕਿਹਾ ਵੀ ਅਸੀਂ 2 ਦਿਨ ਦੇ ਵਿੱਚ ਆਉਂਦੇ ਹਾਂ ਵੀ ਪੁਲਿਸ ਲੈ ਕੇ ਚੱਲੀ ਹੈ। ਤੇ ਉਹ ਤੋਂ ਬਾਅਦ ਉਹਨਾਂ ਦਾ ਕਦੇ ਵੀ ਕੁਛ ਨਹੀਂ ਪਤਾ ਲੱਗਿਆ। ਤੇ ਆਪਾਂ ਨੂੰ ਆਮ ਪਤਾ ਵੀ ਜਿਹੜੇ ਪਰਿਵਾਰਾਂ ਦਾ ਕਦੇ ਵੀ ਪੁਲਿਸ ਜਾ ਕੇ ਲੈ ਕੇ ਜਿੰਨਾ ਨਹੀਂ ਪਤਾ ਲੱਗਿਆ ਤੇ ਉੱਥੇ ਪੁਲਿਸ ਕੀ ਕਰਦੀ ਸੀ, ਉਹਨਾਂ ਨੂੰ ਸ਼ਹੀਦ ਕਰਦੀ ਹੁੰਦੀ ਸੀ ਉਸ ਟਾਈਮ ਦੇ ਵਿੱਚ। ਪਰਿਵਾਰ ਕੋਲ ਦੇ ਕੇ ਗਏ ਉਸ ਪਰਿਵਾਰ ਨੂੰ ਫਿਰ ਤੁਹਾਡੀ ਦਾਦੀ ਜੀ ਲੱਭਦੇ ਉਸ ਤੱਕ ਪਹੁੰਚ ਗਏ? ਨਹੀਂ, ਉੱਥੇ ਉਹਨਾਂ ਕੋਲ ਕੋਈ ਸਿੰਘ ਆਇਆ ਸੀਗਾ ਜੀ, ਉਹਨਾਂ ਨੇ ਉੱਥੋਂ ਮੈਨੂੰ ਲੈ ਕੇ ਮੇਰੇ ਫਾਦਰ ਸਾਹਿਬ ਦੇ ਜਿਹੜੇ ਮਾਮੀ ਜੀ ਲੱਗਦੇ ਸੀਗੇ ਉਹਨਾਂ ਦੇ ਅੱਗੇ ਸਹੁਰਿਆਂ ਕੋਲ ਫੜਾਇਆ ਸੀਗਾ, ਦਗਾਲ ਪਿੰਡ ਆ ਜੀ ਪਾਤੜਾਂ ਕੋਲ, ਤੇ ਪਾਤੜਾਂ ਜਾ ਕੇ ਉੱਥੇ ਦੇ ਕੇ ਆਏ ਸੀਗੇ। ਤੇ ਉੱਥੋਂ ਫਿਰ ਦਾਦੀ ਜੀ ਨੂੰ ਪਤਾ ਲੱਗਿਆ ਵੀ ਮੇਰਾ ਵੀ ਉੱਥੇ ਆ ਮੈਂ, ਤੇ ਫਿਰ 3 ਮਹੀਨੇ ਬਾਅਦ ਮੈਂ ਆਪਣੇ ਦਾਦੀ ਜੀ ਨੂੰ ਮਿਲਿਆ ਸੀਗਾ ਜੀ। ਤੇ ਫਿਰ ਦਾਦੀ ਜੀ ਨੇ ਤੁਹਾਨੂੰ ਕਾਫੀ ਲੰਬਾ ਸਮਾਂ ਦੁਨੀਆ ਨਜ਼ਰਾਂ ਤੋਂ ਹਾਂਜੀ, ਕਾਫੀ ਪਹਿਲਾਂ ਤਾਂ ਅਸੀਂ ਪਟਿਆਲੇ ਰਹਿੰਦੇ ਰਹੇ ਹਾਂ ਜੀ, ਫਿਰ ਜਦੋਂ ਪਟਿਆਲੇ ਤੋਂ ਅਸੀਂ ਇੱਥੇ ਆਪਣੇ ਚੰਡੀਗੜ੍ਹ ਮੈਂ 7 ਫੇਸ 'ਚ ਪੜ੍ਹਦਾ ਰਿਹਾ। ਜਦੋਂ ਅਸੀਂ ਪਿੰਡ ਵੀ ਆਉਂਦੇ ਸੀਗੇ ਤੇ ਜਦ ਕੋਈ ਪਿੰਡ ਦਾ ਜਾਂ ਕੋਈ ਕਦੇ ਪੁੱਛਦਾ ਹੁੰਦਾ ਸੀਗਾ ਵੀ ਕਿੱਥੇ ਰਹਿੰਦਾ ਅੱਜ ਕੱਲ੍ਹ ਹੈ ਨਾ, ਤੇ ਦਾਦੀ ਜੀ ਨੇ ਹਮੇਸ਼ਾ ਬੜੂ ਸਾਹਿਬ ਕਹਿਣਾ। ਮੈਂ ਛੋਟਾ ਹੁੰਦਾ ਸੀਗਾ ਤੇ ਉਹਨਾਂ ਨੇ ਕਹਿਣਾ ਬੜੂ ਸਾਹਿਬ ਲਾਇਆ ਹੋਇਆ, ਤੇ ਮੈਂ ਇੱਕ ਵਾਰ ਦੇਖਣਾ ਵੀ ਮੇਰੇ ਦਾਦੀ ਵੀ ਝੂਠ ਕਿਉਂ ਮਾਰ ਰਹੇ ਨੇ ਹੈ ਨਾ,
ਤੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਸਮਝਾ ਦੇਣਾ ਵੀ ਤੂੰ ਨਹੀਂ ਕੁਝ ਬੋਲਣਾ, ਵੀ ਜੋ ਕਹਿਣਾ ਹੋਊਗਾ ਮੈਂ ਕਹੂੰਗੀ ਵੀ ਕਿੱਥੇ ਰਹਿੰਦਾ ਕੀ ਕਰਦਾ ਨਾ। ਤੇ ਉਹਨਾਂ ਨੇ ਕਹਿਣਾ ਬੜੂ ਸਾਹਿਬ ਪੜ੍ਹਦਾ ਜੀ, ਵੀ ਉੱਥੇ ਹੀ ਰਹਿੰਦਾ ਵਾ। ਤੇ ਫਿਰ ਮੈਨੂੰ ਹੋਣਾ ਵੀ ਇਹ ਕਿਉਂ ਕਹਿ ਰਹੇ ਨੇ, ਤੇ ਹੌਲੀ ਹੌਲੀ ਯਾਰ ਵੱਡੇ ਹੋਏ ਤੇ ਫਿਰ ਪਤਾ ਲੱਗਿਆ ਵੀ ਉਸ ਵੇਲੇ ਜਿਹੜੇ ਸਰਕਾਰਾਂ ਦਾ ਸਾਡੇ ਤੇ ਸ਼ਿਕੰਜਾ ਹੀ ਇਸ ਹਿਸਾਬ ਦਾ ਸੀਗਾ ਵੀ ਉਹ ਚਾਹੁੰਦੀਆਂ ਸੀ ਵੀ ਅੱਗੇ ਉਹਨਾਂ ਦੀ ਜੜ ਵੀ ਨਾ ਰਹੇ, ਤੇ ਦਾਦੀ ਜੀ ਨੇ ਉਹ ਚੀਜ਼ ਨੂੰ ਅੱਗੇ ਬਚਾ ਕੇ ਰੱਖਿਆ। ਤੇ ਹੁਣ ਜਿਹੜਾ ਤੁਹਾਡਾ ਪਿੰਡ ਵਾਲਾ ਘਰ ਹੈ ਜਾਂ ਉਹ ਤੁਹਾਡੀ ਜਿਹੜੀ ਪਿੰਡ ਦੀ ਜੋ ਜ਼ਮੀਨ ਹੈ, ਉਹ ਚਾਚੇ ਤਾਇਆਂ ਨੇ ਉਸ ਨੂੰ ਸਾਂਭਿਆ ਜਾਂ ਉਹ ਸੰਬੰਧ ਕਿਵੇਂ ਦੇ ਰਹੇ? ਨਹੀਂ, ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਮੇਨ ਘਰ ਦਾ ਮਾਲਕ ਨਾ ਰਹੇ ਤੇ ਫਿਰ ਹਰ ਇੱਕ ਉਸ ਥਾਂ ਨੂੰ ਹੈ ਨਾ ਖੋਹਣ ਦੀ ਕੋਸ਼ਿਸ਼ ਕਰਦਾ। ਤੇ ਕਿਤੇ ਨਾ ਕਿਤੇ ਸਾਡੇ ਡਿਫਰੈਂਸ ਸੀਗੇ, ਮੇਰੇ ਤਾਏ ਜੀ ਉਹਨਾਂ ਨਾਲ ਸ਼ੁਰੂ ਤੋਂ ਰਹੇ ਆ, ਦਾਦੀ ਜੀ ਨਾਲ ਵੀ ਰਹੇ ਆ ਉਹਨਾਂ ਦੇ। ਤੇ ਉਹਨਾਂ ਨੇ ਕਦੇ ਪਹੁੰਚ ਨਹੀਂ ਕੀਤੀ ਤੁਹਾਡੀ ਦਾਦੀ ਜੀ ਤੱਕ ਕਿ ਸਾਡਾ ਭਤੀਜਾ ਹੈ, ਅਸੀਂ ਸਾਂਭਾਂਗੇ, ਤੁਸੀਂ ਸਾਡੇ ਕੋਲ ਆਓ? ਉਹਨਾਂ ਨੂੰ ਉਸ ਵੇਲੇ ਫਾਦਰ ਸਾਹਿਬ ਦੇ ਟਾਈਮ ਉਹਨਾਂ ਨੂੰ ਗਵਰਨਮੈਂਟ ਜੋਬ ਤੇ ਲਾਤਾ ਸੀ, ਕਿਉਂਕਿ ਗਵਰਨਮੈਂਟ ਜੋਬ ਵਾਲਿਆਂ ਨੂੰ ਉਸੋਂ ਕੋਈ ਤੰਗ ਘੱਟ ਕਰਦੇ ਸੀਗੇ। ਉਹਨਾਂ ਨੂੰ ਉਸ ਵੇਲੇ PRTC ਦੇ ਵਿੱਚ ਜੋਬ ਮਿਲ ਗਈ ਸੀਗੀ, ਤੇ ਉਹ ਬਠਿੰਡੇ ਪਹਿਲਾਂ ਅੱਡ ਰਹਿੰਦੇ ਰਹੇ ਆ, ਤੇ ਫਿਰ ਅਸੀਂ ਪਟਿਆਲੇ ਰਹਿੰਦੇ ਸੀਗੇ। ਤੇ ਉਹ ਫਿਰ ਇੱਥੇ ਵੀ ਪਟਿਆਲੇ ਵੀ ਆ ਗਏ ਸੀਗੇ, ਪਰ ਵੀ ਸਾਡੇ ਨਾਲ ਨਹੀਂ ਜਦੇ ਕਦੇ ਸੰਪਰਕ ਹੋਇਆ। ਹਮੇਸ਼ਾ ਗੁਰੂ ਸਾਹਿਬ ਦੇ ਸ਼ਾਦ 'ਚ ਰਹੇ ਹਾਂ ਜੀ। ਤੇ ਹੁਣ ਤੁਸੀਂ ਉਹਨਾਂ ਰਾਹਾਂ ਦੇ ਉੱਤੇ ਚੱਲ ਰਹੇ ਹੋ, ਉਹ ਮੂਵਮੈਂਟ ਜਿਹੜੀ ਉਸ ਵੇਲੇ ਚੱਲੀ ਹਥਿਆਰਬੰਦ ਸੰਘਰਸ਼ ਸੀ, ਉਸ ਵੇਲੇ ਸਰਕਾਰ ਨੇ ਉਸ ਨੂੰ ਦਮਨ ਕਰ ਦਿੱਤਾ, ਪਰ ਤੁਸੀਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਹੁਣ ਜੁੜੇ ਹੋਏ ਹੋ। ਤੁਹਾਡੀ ਜਿਹੜੀ ਪਾਰਟੀ ਦੀ ਵਿਚਾਰਧਾਰਾ ਵੀ ਉਸੇ ਮੂਵਮੈਂਟ ਦੇ ਨਾਲ ਮੇਲ ਖਾਂਦੀ ਹੈ, ਚਾਹੇ ਰਾਹ ਵੱਖਰਾ ਆ। ਹਾਂਜੀ। ਪਰ ਤੁਸੀਂ ਹੁਣ ਜੋ ਤੁਹਾਡੇ ਪਿਤਾ ਜੀ ਨੇ ਜੋ ਮੂਵਮੈਂਟ ਆਰੰਭੀ ਜਾਂ ਜਿਸ ਮੂਵਮੈਂਟ ਦੇ ਤੁਹਾਡੇ ਪਿਤਾ ਜੀ ਹਿੱਸਾ ਰਹੇ, ਤੁਸੀਂ ਉਸ ਮੂਵਮੈਂਟ ਨੂੰ ਕਿੱਥੇ ਖੜਾ ਦੇਖਦੇ ਹੋ? ਵੱਧ ਅਧਿਕਾਰਾਂ ਦੀ ਲੜਾਈ ਨੂੰ ਕਿੱਥੇ ਖੜਾ ਦੇਖਦੇ ਹੋ? ਖਾਲਿਸਤਾਨ ਮੂਵਮੈਂਟ ਨੂੰ ਕਿੱਥੇ ਖੜਾ ਦੇਖਦੇ ਹੋ? ਜਾਂ ਹੁਣ ਲੋਕਾਂ ਦਾ ਰੁਝਾਨ ਬਦਲਿਆ ਜਾਂ ਲੋਕ ਹੁਣ ਕਿਸ ਪਾਸੇ ਝੁਕਾਅ ਰੱਖ ਰਹੇ? ਇਹ ਆ ਜੀ, ਲੜਾਈ ਜਿਹੜੀ ਹੈਗੀ ਆ ਵੀ ਸ਼ਹੀਦ ਸਿੰਘ ਜਿਹੜੇ ਸਿੰਘਾਂ ਨੇ ਜਦੋਂ ਉਸ ਵੇਲੇ ਲੜਾਈ ਲੜੀ, ਕਿਉਂਕਿ ਸੰਤਾਂ ਨੇ ਇੱਕ ਸੀਗਾ ਸੰਦੇਸ਼ ਸੀਗਾ ਕੌਮ ਦੇ ਲਈ ਵੀ ਜਦੋਂ ਇਹ ਹਰਿਮੰਦਰ ਸਾਹਿਬ ਦੇ ਟੈਂਕ ਲੈ ਕੇ ਆਏ ਸੀ, ਉਸ ਵੇਲੇ ਵੀ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਊਗੀ। ਤੇ ਜਦੋਂ ਹਰਿਮੰਦਰ ਸਾਹਿਬ ਦੇ ਟੈਂਕ ਲੈ ਕੇ ਕਾਂਗਰਸ ਸਰਕਾਰ ਜਿਹੜੀ ਆ ਤੇ ਉਹ ਨੀਂਹ ਧਰੀ ਗਈ ਆ, ਤੇ ਉਸ ਤੋਂ ਬਾਅਦ ਨੌਜਵਾਨ ਜਿਹੜੇ ਫਾਦਰ ਸਾਹਿਬ ਵਰਗੇ ਹੋਰ ਵੀ ਜਿਹੜੇ ਮੇਨ ਜਥੇਬੰਦੀਆਂ ਸੀਗੀਆਂ, ਉਹ ਵੀ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਾਈ ਕਰ ਰਹੇ ਸੀਗੇ। ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ, ਤੇ ਫਿਰ ਸਰਕਾਰ ਨੇ ਕਿਤੇ ਨਾ ਕਿਤੇ ਸਾਨੂੰ ਜਿਹੜਾ ਵੀ ਮਾਨਸਿਕ ਤੌਰ ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਚਲੋ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਵੀ ਮੈਨੂੰ ਉਹਨਾਂ ਨੇ ਵੀ ਮੇਰੇ ਦਾਦੀ ਜੀ ਨੇ ਮੈਨੂੰ ਜਿਹੜਾ ਸਾਰਾ ਕੁਝ ਵਰਸੀ ਵੀ ਮਨਾਉਂਦੇ ਸੀਗੇ, ਅਸੀਂ ਹਰ ਇੱਕ ਸਾਲ ਤੇ ਲੋਕਾਂ ਦੇ ਵਿੱਚ ਪਤਾ ਲੱਗਦਾ ਸੀ ਵੀ ਅਸੀਂ ਕੌਣ ਆ, ਵੀ ਸਾਡੀ ਜੜ ਕੀ ਹੈ, ਵੀ ਅਸੀਂ ਕਿਹਨਾਂ ਦੇ ਵਾਰਸ ਹਾਂ। ਤੇ ਉਸ ਕਰਕੇ ਮੈਨੂੰ ਜਿਹੜੀ ਖੁਸ਼ੀ ਸੀ, ਜਿਹੜੇ ਮੈਂ ਹੋਸਟਲਾਂ 'ਚ ਰਹਿੰਦਾ ਸੀ ਉੱਥੇ ਵੀ ਮੇਰੇ ਨਾਲ ਦੇ ਪਰਿਵਾਰ ਸੀਗੇ, ਤੇ ਉਹਨਾਂ ਨੂੰ ਉੱਥੇ ਮਿਲਣ ਦਾ ਮੌਕਾ ਮਿਲਦਾ ਸੀ। ਉੱਥੇ ਇਹ ਹੁੰਦਾ ਸੀ ਮੈਂ ਇਕੱਲਾ ਦੁਖੀ ਨਹੀਂ, ਮੇਰੇ ਨਾਲ ਦੇ ਹੋਰ ਬਹੁਤ ਪਰਿਵਾਰ ਨੇ ਜਿਹੜੇ ਵੀ ਇਹ ਸਰਕਾਰ ਦੇ ਜ਼ੁਲਮ ਨਾਲ ਜਿਹੜੇ ਵੀ ਹੈ ਨਾ ਉਸ ਵੇਲੇ ਬੇਘਰ ਹੋਏ ਆ। ਤੇ ਉਹ ਤੋਂ ਬਾਅਦ ਹੌਲੀ ਹੌਲੀ ਜਿਵੇਂ ਅਸੀਂ ਲੋਕਾਂ ਦੇ ਵਿੱਚ ਆਉਣਾ ਸ਼ੁਰੂ ਹੋਏ ਆ ਮੇਨ ਸਟਰੀਮ 'ਚ, ਮੈਂ ਤੇ ਲੋਕ ਪਰਿਵਾਰਾਂ ਨੂੰ ਮਿਲਣਾ ਸ਼ੁਰੂ ਕਰਿਆ, ਤੇ ਖੁਸ਼ੀ ਮੈਨੂੰ ਸ਼ਹੀਦ ਪਰਿਵਾਰਾਂ ਨਾਲ ਮਿਲ ਕੇ ਹੀ ਮਿਲਦੀ ਸੀਗੀ ਜੀ, ਆਪਣੇ ਵਰਗੇ ਲੋਕਾਂ ਨਾਲ ਮਿਲ ਕੇ ਹੁੰਦੀ ਸੀ। ਤੇ ਉਹ ਤੋਂ ਬਾਅਦ ਮੈਂ ਦੇਖਿਆ ਵੀ ਯਾਰ ਵੱਡਾ ਹੋਇਆ ਵੀ ਕਿਹੜੀ ਪਾਰਟੀ ਇਹੋ ਜਿਹੀ ਹੈ ਵੀ ਜਿਹੜੇ ਮੇਰੇ ਫਾਦਰ ਸਾਹਿਬ ਦੇ ਜਿਨ੍ਹਾਂ ਕਰਕੇ ਸ਼ਹਾਦਤਾਂ ਹੋਈਆਂ ਨੇ ਉਹਨਾਂ ਸਿੰਘਾਂ ਦੀਆਂ, ਵੀ ਉਹ ਕਿਹੜਾ ਹੀ ਪਾਰਟੀ ਜਿਹੜੀ ਉਸ ਸੋਚ ਤੇ ਜਿਹੜਾ ਪਹਿਰਾ ਦੇ ਰਹੀ ਹੈ। ਉਹ ਇੱਕੋ ਇੱਕ ਮੈਨੂੰ ਸਰਦਾਰ ਸਿਮਰਨ ਸਿੰਘ ਮਾਨ ਦੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਲੱਗੀ। ਤੇ ਜਦੋਂ ਉਹਨਾਂ ਨੇ ਫਿਰ ਮੈਨੂੰ ਪਹਿਲਾਂ ਆਪਣੇ ਵੱਲੋਂ ਦਿੱਤਾ ਵੀ ਬਈ ਦਿਨ ਅਸੀਂ ਯੂਥ ਦਾ ਪ੍ਰਧਾਨ ਲਾਉਣਾ ਚਾਹੁੰਦੇ ਹਾਂ, ਤੇ ਮੈਂ ਖੁਸ਼ੀ ਉਹ ਚੀਜ਼ ਨੂੰ ਪ੍ਰਵਾਨ ਕੀਤਾ ਜੀ। ਤੇ ਜਿਹੜੀ ਲੜਾਈ ਹੈਗੀ ਆ, ਲੜਾਈ ਮੈਂ ਸੋਚਦਾ ਵੀ ਲੜਾਈ ਕਿਤੇ ਵੀ ਰੁਕੀ ਨਹੀਂ ਹੈਗੀ, ਲੜਾਈ ਚੱਲ ਰਹੀ ਹੈ। ਅੱਜ ਉਹਨਾਂ ਦਾ ਜੇ ਉਹਨਾਂ ਨੇ ਰਣਜੀਤ ਸਿੰਘ ਛੰਦੜਾ ਨੂੰ ਸ਼ਹੀਦ ਕਰਿਆ, ਰਛਪਾਲ ਸਿੰਘ ਛੰਦੜਾ ਸੀਗੇ, ਰਛਪਾਲ ਸਿੰਘ ਛੰਦੜਾ ਨੂੰ ਸ਼ਹੀਦ ਕੀਤਾ, ਜਾਂ ਅਮਰਤਪਾਲ ਸਿੰਘ ਛੰਦੜਾ ਹੈਗੇ ਆ, ਅੱਗੇ ਮੇਰਾ ਬੇਟਾ ਗੁਰਸ਼ਹੀਦ ਸਿੰਘ ਛੰਦੜਾ ਹੈਗਾ। ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਆਪਣੀ ਲੜਾਈ ਦੇ ਕੇ ਜਾਣੀ ਹੁੰਦੀ ਹੈ। ਮੇਨ ਇਹ ਹੁੰਦਾ ਕੋਈ ਲੜਾਈ ਤੁਹਾਡੀ ਰੁਕੇ ਨਾ, ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਜਾਓ ਆਪਣੀ ਵਿਰਾਸਤ ਦੇ ਵਿੱਚ ਵੀ ਸਾਡੀ ਲੜਾਈ ਕੀ ਆ, ਤੇ ਉਹੀ ਲੜਾਈ ਅਸੀਂ ਲੜ ਰਹੇ ਹਾਂ ਜੀ। ਜੇ ਅੱਜ ਲੜਾਈ ਮਾੜੀ ਹੌਲੀ ਹੋ ਗਈ ਆ ਪਰ ਰੁਕੀ ਨਹੀਂ ਹੈਗੀ ਕਿਤੇ ਵੀ, ਤਾਂ ਆਪਾਂ ਇੱਕ ਦੀਵਾ ਜਿਹੜਾ ਵਾ ਉਹਨੂੰ ਹੱਥ ਦੇ ਕੇ ਹਜੇ ਜਗਾ ਰਹੇ ਹਾਂ। ਜਦੋਂ ਜਗੂਗਾ ਤੇ ਫਿਰ ਉਹ ਹੋਰ ਮਿਸਾਲ ਇੱਕ ਵੱਡੀ ਕਰੂਗਾ ਜੀ, ਆਪਣੀ ਚੱਲੂਗਾ ਜੀ। ਤਾਂ ਅਖੀਰ ਦੇ ਵਿੱਚ ਆਖਰੀ ਸਵਾਲ ਹੈ ਕਿ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਜਿੱਤ ਹੋਈ ਹੈ। ਹਾਂਜੀ, ਬੜੇ ਲੰਬੇ ਸਮੇਂ ਬਾਅਦ ਸਿਮਰਜੀਤ ਸਿੰਘ ਮਾਨ ਨੂੰ ਜਿੱਤ ਮਿਲੀ ਹੈ। ਲਗਭਗ 23 ਸਾਲ ਦਾ ਵਕਫਾ, 1999 ਦੇ ਜਿੱਤੇ, 2004 ਤੋਂ ਬਾਅਦ ਜਿੱਤ ਨਹੀਂ ਸਕੇ, ਲਾਸਟ ਜਿੱਤ 1999 ਚ ਮਿਲੀ। ਤਾਂ ਇਸ ਜਿੱਤ ਨੂੰ ਕਿਵੇਂ ਦੇਖਦੇ ਹੋ ਕਿ ਲੋਕਾਂ ਦਾ, ਨਵੀਂ ਪਾਰਟੀ ਆਈ ਸੀ, ਲੋਕਾਂ ਦਾ ਝੁਕਾਅ ਉਸ ਪਾਸੇ ਹੋਇਆ, 3 ਮਹੀਨਿਆਂ ਚ ਲੋਕਾਂ ਨੇ ਉਸ ਪਾਰਟੀ ਨੂੰ ਵੀ ਪਿੱਛੇ ਛੱਡਤਾ, ਹੁਣ ਲੋਕਾਂ ਦਾ ਝੁਕਾਅ ਫਿਰ ਤੋਂ ਬੁੱਢੇ ਜਰਨੈਲ ਦੇ ਵੱਲ ਹੋਇਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਹੋਇਆ। ਇਸ ਜਿੱਤ ਨੂੰ ਕਿਵੇਂ ਦੇਖਦੇ ਹੋ? ਮੈਂ ਇਸ ਜਿੱਤ ਨੂੰ ਪਹਿਲਾਂ ਤਾਂ ਆਪਣੇ ਭਰਾ ਦੀਪ ਸਿੱਧੂ ਨੂੰ
ਤੇ ਉਹ ਤੋਂ ਬਾਅਦ ਮੂਸੇਵਾਲਾ ਦੇ ਸਾਰਿਆਂ ਤੋਂ ਪਹਿਲਾਂ ਦੀਪ ਸਿੱਧੂ ਤੇ ਫਿਰ ਮੂਸੇਵਾਲੇ ਦੀ ਮੈਂ ਕੁਰਬਾਨੀ ਦਾ ਜਿਹੜਾ ਹੈਗਾ ਬਈ ਉਹਨਾਂ ਦੀ ਕੁਰਬਾਨੀ ਕਰਕੇ ਜਿਹੜੇ ਅੱਜ ਨੌਜਵਾਨੀ ਦੁਆਰਾ ਜਾਗੀ ਆ। ਦੀਪ ਸਿੱਧੂ ਦੀ ਜਿਹੜੇ ਬੋਲ ਨੇ ਅੱਜ ਜੇ ਆਪਾਂ ਉਹਨਾਂ ਦੀ ਇੰਟਰਵਿਊਜ਼ ਦੇਖਦੇ ਆ ਤੇ ਉਹਨੇ ਕਿਤੇ ਨਾ ਕਿਤੇ ਵੀ ਇਹ ਗੱਲਾਂ ਸਾਰੀਆਂ ਵੀ ਪਹਿਲਾਂ ਹੀ ਦੱਸ ਕੇ ਸੀ ਵੀ ਮੈਨੂੰ ਮਾਰ ਦੇਣਗੇ, ਮੇਰੀ ਸੋਚ ਨੂੰ ਨਹੀਂ ਮਾਰ ਸਕਦੇ। ਉਹੀ ਸ਼ਹੀਦ ਸਿੰਘਾਂ ਦੀ ਸੋਚ ਸੀਗੀ ਵੀ ਉਹ ਉਹਨਾਂ ਨੂੰ ਸ਼ਹੀਦ ਕਰ ਚੁੱਕੇ ਸੀ ਪਰ ਉਹਨਾਂ ਦੀ ਸੋਚ ਨੂੰ ਕਦੇ ਵੀ ਸ਼ਹੀਦ ਨਹੀਂ ਕਰ ਸਕੇ, ਜਾਂ ਉਸ ਜਿਹੜੀ ਇੱਕ ਲੜਾਈ ਚੱਲਦੀ ਆ ਰਹੀ ਸੀ ਉਹਨੂੰ ਕਦੇ ਖਤਮ ਨਹੀਂ ਕਰ ਸਕੇ। ਸੋ ਮੈਂ ਜਿਹੜੀ ਇਹਦੀ ਤਾਰ ਆ ਉੱਥੇ ਹੀ ਮੈਂ ਇੱਕ ਜਿਵੇਂ ਮਾਲਾ ਹੁੰਦੀ ਆ ਵੀ ਮੋਤੀਆਂ ਵਾਂਗੂ ਆਉਂਦੀ ਆ, ਉੱਥੋਂ ਚੱਲਦੀ ਆ ਰਹੀ ਆ। ਤੇ ਮਾਨ ਸਾਹਿਬ ਨੂੰ ਮੈਂ ਕਹੂੰਗਾ ਵੀ ਮੈਂ ਵੱਡਾ ਜਰਨੈਲ ਨਹੀਂ ਕਹੂੰਗਾ, ਮੈਂ ਉਹਨਾਂ ਨੂੰ ਇੱਕ ਜਵਾਨ ਜਰਨੈਲ ਕਹੂੰਗਾ, ਕਿਉਂਕਿ ਉਹਨਾਂ ਦੇ ਵਿੱਚ ਇੱਕ ਨਵੀਂ ਜਾਨ ਇੱਕ ਫੂਕੀ ਗਈ ਹੈ ਇਹ ਲੜਾਈ ਜਿੱਤ ਤੋਂ ਬਾਅਦ। ਜਿਵੇਂ ਸਿਮਰਜੀਤ ਸਿੰਘ ਮਾਨ ਹੋਰੀ ਕਹਿੰਦੇ ਹੁੰਦੇ ਸੀ ਕਿ ਮੇਰੀ ਕੌਮ ਮੈਨੂੰ ਹਰਾ ਦਿੰਦੀ ਹੈ, ਤਾਂ ਤੁਸੀਂ ਵੀ ਉਸ ਪਾਰਟੀ ਨਾਲ ਜੁੜੇ ਰਹੇ, ਤੁਸੀਂ ਇੱਥੋਂ ਚੋਣ ਲੜੀ ਹੈ, ਤਾਂ ਤੁਹਾਡੇ ਮਨ 'ਚ ਵੀ ਇਹ ਕਿਤੇ ਨਾ ਕਿਤੇ ਇਹ ਆਇਆ ਸੀ ਉਸ ਚੋਣ ਵੇਲੇ ਕਿ ਮੇਰੇ ਪਿਤਾ ਜੀ ਨੇ ਕੌਮ ਦੇ ਲਈ ਸ਼ਹੀਦੀਆਂ ਦਿੱਤੀਆਂ, ਪਰਿਵਾਰ ਅਸੀਂ ਵਾਰਤਾ, ਫਿਰ ਵੀ ਲੋਕ ਨਾਲ ਨਹੀਂ ਜੁੜ ਰਹੇ। ਇਸ ਜਿੱਤ ਤੋਂ ਪਹਿਲਾਂ ਕਦੇ ਆਇਆ ਮਨ ਦੇ ਵਿੱਚ ਕਿ ਲੋਕ ਨਾਲ ਨਹੀਂ ਜੁੜ ਰਹੇ, ਜਾਂ ਇਸ ਜਿੱਤ ਨੇ ਉਹ ਸਾਰੇ ਜਿਹੜੇ ਜੋ ਆਪਾਂ ਕਹਿ ਲਈਏ ਕਿ ਸ਼ੰਕੇ ਨੇ ਉਹ ਧੋਤੇ? ਨਹੀਂ, ਗੱਲ ਇਹ ਹੈ ਜੀ ਵੀ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਨੈਟਵਰਕ ਬਹੁਤ ਵੱਡੇ ਹੁੰਦੇ ਆ। ਹੁਣ ਜਿਵੇਂ ਆਪਣੇ ਮਾਨ ਸਾਹਿਬ ਦੀ ਜਿਹੜੀ ਕਿਰਪਾਨ ਵਾਲੀ ਗੱਲ ਸੀ, ਉਹ ਉਹਨਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਦਿਖਾਈ ਵੀ ਇਹਨਾਂ ਨੇ ਕਿਹੜਾ ਗੱਤਕਾ ਖੇਲਣਾ ਸੀ ਜਾਂ ਕੁਛ ਸੀਗਾ, ਪਰ ਜਦੋਂ ਦੀਪ ਨੇ ਉਹੀ ਚੀਜ਼ ਕਿਰਪਾਨ ਤੇ ਝਾੜੂ ਐ ਕਰਕੇ ਦਿਖਾਇਆ ਬਈ ਗੁਰੂ ਸਾਹਿਬ ਨੇ ਸਾਨੂੰ ਆਹ ਚੀਜ਼ ਦਿੱਤੀ ਆ ਕਿ ਆਹ ਦਿੱਤੀ ਆ, ਵੀ ਹੁਣ ਤੁਸੀਂ ਦੱਸੋ ਵੀ ਕਿਹਦੇ ਨਾਲ ਖੜਨਾ। ਉਹ ਨੌਜਵਾਨਾਂ ਦੇ ਸਿੱਧੀ ਦਿਮਾਗ 'ਚ ਵੱਜੀ ਵੀ ਯਾਰ ਵੀ ਗੱਲ ਤਾਂ ਸਹੀ ਹੈ ਵੀ ਸਾਨੂੰ ਗੁਰੂ ਸਾਹਿਬ ਨੇ ਤਾਂ ਦਿੱਤੇ ਤਾਂ ਸ਼ਸਤਰ ਨੇ, ਵੀ ਸਾਨੂੰ ਝਾੜੂ ਤਾਂ ਨਹੀਂ ਦਿੱਤੇ। ਸੋ ਉਹ ਚੀਜ਼ ਕਰਕੇ ਵੀ ਜਿਹੜਾ ਨੌਜਵਾਨੀ ਆ ਉਹ ਭੜਕੀ ਨਹੀਂ ਸੀਗੀ। ਬਸ ਇਹ ਆ ਵੀ ਸਾਡੇ ਕਿਤੇ ਨਾ ਜਦ ਟਾਈਮ ਉਹ ਗੈਪ ਪੈ ਜਾਂਦਾ ਵਾ, ਸਰਕਾਰਾਂ ਗੈਪ ਪਾਉਂਦੀਆਂ ਨੇ ਤੇ ਸਾਨੂੰ ਇੱਕ ਪਰਦਾ ਲਾ ਦਿੰਦੀਆਂ ਨੇ ਸਾਡੇ ਮੂਹਰੇ। ਜਿਵੇਂ ਹੁਣ ਇਹ ਨਹੀਂ ਹੈਗਾ ਵੀ ਦੀਪ ਦੇ ਆਉਣ ਨਾਲ ਵੀ ਇੱਕਦਮ ਚੇਂਜ ਹੋਇਆ ਵਾ। 38 ਸਾਲ ਤੋਂ ਬਈ ਜਿਹੜੀ ਲੜਾਈ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਲੜਦੀ ਆ ਰਹੀ ਸੀ, ਪਰ ਦੀਪ ਦੇ ਆਉਣ ਨਾਲ ਕਿਉਂ ਚੇਂਜ ਹੋਇਆ? ਉਹ ਇਸ ਕਰਕੇ ਹੋਇਆ ਵੀ ਜਦੋਂ 91-92 ਦੇ ਵਿੱਚ ਸਰਕਾਰ ਨੇ ਸਟੇਜਾਂ ਆਮ ਕਰਤੀਆਂ, ਉੱਥੇ ਗਾਇਕਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰੇ। ਜਿਹੜੇ ਬਾਈ ਇਹਨਾਂ ਨੇ ਬਣਾਏ ਸੀਗੇ, ਟੀਮ ਬਣਾਈ ਸੀ ਵੀ ਉਹਨਾਂ ਨੇ ਸਟੇਜਾਂ ਆਮ ਕੀਤੀਆਂ, ਉੱਥੇ ਨਸ਼ੇ ਆਮ ਕੀਤੇ। ਉਹ ਸਾਡੀ ਜਿਹੜੀ ਨੌਜਵਾਨੀ ਸੀ, ਆਉਣ ਵਾਲੀ ਜਿਹੜੀ ਪੀੜ੍ਹੀ ਸੀਗੀ, ਉਹਨਾਂ ਨੂੰ ਉਹਨਾਂ ਨੇ ਇੱਕ ਵੀ ਕੀ ਕਹਿ ਸਕਦੇ ਹਾਂ ਵੀ ਮਾਨਸਿਕ ਤੌਰ ਤੇ ਖਤਮ ਕਰਨਾ ਸ਼ੁਰੂ ਕੀਤਾ ਵੀ ਇਹ ਆਪਣੇ ਇਤਿਹਾਸ ਤੋਂ ਹਟ ਕੇ ਵੀ ਸਾਡੇ ਜਿਹੜਾ ਇਤਿਹਾਸ ਹੈ ਗੁਰੂ ਸਾਹਿਬ ਤੋਂ ਲੈ ਕੇ ਬਈ ਨੌਜਵਾਨਾਂ ਦਾ ਜਾਂ ਆਪਣੇ ਹੋਰ ਬਈ ਮਣੀ ਸਿੰਘ ਜੀ ਦਾ ਸ਼ਹੀਦਾਂ ਦਾ ਇਤਿਹਾਸ ਆ, ਬਈ ਉਹਨਾਂ ਨੂੰ ਭੁੱਲ ਕੇ ਇਹ ਬਈ ਅੱਜ ਜਿਹੜੇ ਅੱਜ ਵਾਲੀ ਪੀੜ੍ਹੀ ਗਾਇਕਾਂ ਵੱਲ ਨੂੰ ਤੁਰਨ ਤੇ ਉਧਰ ਨੂੰ ਇਹਨਾਂ ਨੇ ਤੋਰਿਆ ਤੇ ਸਾਡੀ ਨੌਜਵਾਨੀ ਉਧਰ ਨੂੰ ਤੁਰੀ। ਵੀ ਅੱਜ ਜਿਹੜੀ ਵੀ ਅੱਜ ਜੇ ਆਪਾਂ ਉਹਨੂੰ ਕਹੀ ਵੀ ਇਤਿਹਾਸ ਬਾਰੇ ਉਹਨਾਂ ਨੂੰ ਨਹੀਂ ਪਤਾ ਹੋਊਗਾ, ਪਰ ਜੇ ਉਹਨਾਂ ਨੂੰ ਪੁੱਛੇ ਵੀ ਕਿਹੜੇ ਸਿੰਗਰ ਦਾ ਨਵਾਂ ਗਾਣਾ ਆਇਆ ਉਹਨਾਂ ਨੂੰ ਪਤਾ ਹੋਊਗਾ। ਪਰ ਜਦੋਂ ਦੀਪ ਉਹੀ ਇੰਡਸਟਰੀ ਦੇ ਵਿੱਚੋਂ ਜਿਹੜੀ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਵਾੜਿਆ ਗਿਆ, ਉਹੀ ਇੰਡਸਟਰੀ 'ਚੋਂ ਦੀਪ ਉੱਧਰੋਂ ਉੱਠ ਕੇ ਪੁੱਠਾ ਮੁੜਿਆ ਬਈ ਇੱਧਰ ਕੁਛ ਨਹੀਂ ਹੈਗਾ ਵੀ ਸਾਡੇ ਪੰਜਾਬ ਨੂੰ ਖਤਮ ਕਰਿਆ ਜਾ ਰਿਹਾ, ਸਾਨੂੰ ਕਿਵੇਂ ਮਾਰਿਆ ਜਾ ਰਿਹਾ। ਜਦੋਂ ਉਹ ਉੱਧਰੋਂ ਦਹਾਈ ਦਿੰਦਾ ਵਾਪਸ ਆਇਆ ਤੇ ਉੱਥੇ ਨੌਜਵਾਨੀ ਦੇ ਸਿੱਧੀ ਆ ਕੇ ਦਿਮਾਗ 'ਚ ਟੱਕਰ ਵੱਜੀ ਵੀ ਇਹ ਕੀ ਹੋ ਰਿਹਾ, ਵੀ ਇੱਕ ਜਿੱਧਰ ਨੂੰ ਸਾਰੇ ਲੋਕ ਤੁਰੇ ਜਾ ਰਹੇ ਵੀ ਉੱਧਰ ਇੱਕ ਬੰਦਾ ਮੁੜ ਕੇ ਆ ਰਿਹਾ ਬਾਈ ਵੀ ਇੱਧਰ ਹਨੇਰਾ ਹੈ, ਬਈ ਚਾਨਣ ਤਾਂ ਉੱਧਰ ਹੀ ਆ ਪਿੱਛੇ ਆਪਣੇ ਪੰਜਾਬ ਵੱਲ, ਵੀ ਉੱਧਰ ਨੂੰ ਚੱਲੋ। ਜਦੋਂ ਉੱਧਰ ਨੂੰ ਤੁਰੇ ਤੇ ਆਪੇ ਤੁਹਾਡੇ ਅਮਰਗੜ੍ਹ ਦੀ ਜਿਹੜੀ ਇਲੈਕਸ਼ਨ ਸੀ ਉੱਥੇ ਸਾਰਾ ਕੁਝ ਪਤਾ ਲੱਗਿਆ, ਦਿਨਾਂ ਦੇ ਵਿੱਚ ਜਿਹੜੀ ਗੇਮ ਬਦਲੀ। ਸਰਕਾਰਾਂ ਨੂੰ ਇੱਕ ਗੱਲ ਕਲੀਅਰ ਹੋ ਗਈ ਵੀ ਜੇ ਦੀਪ ਵਰਗੇ ਨੌਜਵਾਨ ਹੋਰ ਵੀ ਥੋੜੀ ਦੇਰ ਰਹਿ ਪਏ ਤੇ ਇੱਥੇ ਜਿਹੜਾ ਪੰਜਾਬ ਦਾ ਜਿਹੜਾ ਪਲਟਾ ਦੁਬਾਰਾ ਫਿਰ ਵੱਜੂਗਾ। ਤੇ ਇਸ ਕਰਕੇ ਉਹਨਾਂ ਨੇ 3 ਦਿਨ ਲਈ ਉਹ ਜਿਹੜਾ ਗਿਆ ਤੇ ਮੁੜ ਕੇ ਉਹਨਾਂ ਨੇ ਮੁੜਨ ਨਾ ਦਿੱਤਾ। ਉਹੀ ਮੈਂ ਮੂਸੇਵਾਲੇ ਦਾ ਜਿਹੜਾ ਗੈਂਗ ਵਾਰ ਅੱਜ ਕਹਿੰਦੇ ਆ, ਮੈਂ ਨਹੀਂ ਮੰਨਦਾ ਵੀ ਇਹ ਕੋਈ ਗੈਂਗ ਵਾਰ ਸੀਗੀ। ਮੈਂ ਤਾਂ ਇਹ ਮੰਨਦਾ ਵੀ ਪਹਿਲਾਂ ਉਹਨਾਂ ਨੇ ਹੁਣ ਤੱਕ ਉਹਨਾਂ ਨੂੰ ਵਰਤਿਆ ਵੀ ਸੀਗਾ, ਕਿਉਂਕਿ ਜਿਹੜਾ 47 ਵਾਲਾ ਕੇਸ ਸੀਗਾ, ਉਹ 47 ਵਾਲਾ ਕੇਸ ਜੇ ਕਿਸੇ ਆਮ ਨੌਜਵਾਨ ਦੇ ਪੰਜਾਬ ਦੇ ਮੇਨ ਕਰਕੇ ਪੰਜਾਬ ਦੇ ਨੌਜਵਾਨ ਤੇ ਪੈ ਜੇ ਤੇ ਮੈਨੂੰ ਲੱਗਦਾ ਨਹੀਂ ਵੀ ਛੇਤੀ ਕੱਢ ਸਕਣਗੇ, ਨਿਕਲ ਸਕਦਾ। ਤੇ ਨਾਲ ਦੀ ਨਾਲ ਜਵਾਬਾ ਵੀ ਲੱਗਦੀ ਤੇ ਨਾਲ ਆਪਣਾ ਜਿਵੇਂ ਸੰਜੇ ਦੱਤ ਸੀਗਾ ਉਹਦੇ ਤੇ ਵੀ 47 ਸੀਗੀ ਤੇ ਉਹਨੂੰ ਵੀ ਦੇ ਲਓ RSS ਦੇ ਉਹਨਾਂ ਦੇ ਜਾ ਕੇ ਤਲਵੇ ਛੱਟਣੇ ਪਏ ਸੀਗੇ ਉਹਨਾਂ ਦੇ ਫਾਦਰ ਨੂੰ, ਤੇ ਫਿਰ ਜਾ ਕੇ ਸੰਜੇ ਦੱਤ ਨੂੰ ਬਾਹਰ ਕੱਢਿਆ ਸੀਗਾ। ਤੇ ਇਹ ਇੰਨੀ ਛੇਤੀ ਨਹੀਂ ਨਿਕਲ ਸਕਦਾ ਸੀ, ਪਰ ਸਰਕਾਰ ਨੇ ਕਿਤੇ ਨਾ ਕਿਤੇ ਉਹਨੂੰ ਕਾਂਗਰਸ 'ਚ ਲਿਆ ਕੇ ਉਹਨੂੰ ਵਰਤਿਆ, ਉਹਨਾਂ ਨੂੰ ਵਰਤ ਕੇ। ਪਰ ਉਹ ਨੌਜਵਾਨ ਜਿਹੜਾ ਸੀਗਾ ਉਹਦੀ ਸੋਚ ਸੰਤਾਂ ਵਾਲੀ ਸੀਗੀ। ਉਹਨੇ ਆਪਣੀ ਇੰਟਰਵਿਊਜ਼ 'ਚ ਕਿਹਾ ਵੀ ਬਈ ਜਦੋਂ ਮੈਨੂੰ ਕਿਹਾ ਗਿਆ ਵੀ ਮੇਰੀ ਫੋਟੋਆਂ ਗੱਡੀਆਂ ਤੇ ਜਿਹੜੀਆਂ ਫੋਟੋਆਂ ਸੰਤਾਂ ਨਹੀਂ ਲੱਗੀਆਂ ਵੀ ਉਹ ਉਤਾਰ, ਤੇ ਮੈਂ ਕਿਹਾ ਵੀ ਮੇਰੀਆਂ ਗੱਡੀਆਂ ਦੇ ਇਹ ਤਾਂ ਐਵੇਂ ਹੀ ਲੱਗੀਆਂ ਰਹਿਣਗੀਆਂ, ਇਹ ਨਹੀਂ ਉਤਰਨਗੀਆਂ। ਤੇ ਉਹ ਕਹਿੰਦਾ ਸੀ ਮੈਨੂੰ ਹੋਰ ਤਰ੍ਹਾਂ ਦੇਖਦੇ ਸੀਗੇ। ਤੇ ਉਹਨੂੰ ਕਿਤੇ ਨਾ ਕਿਤੇ ਸਮਝ ਆਈ ਵੀ ਭਾਈ ਵੀ ਮੇਰੀ ਜਿਹੜੀ ਲੜਾਈ ਆ ਮੇਰੀ ਇਹਨਾਂ ਦੇ ਵਿੱਚ ਨਹੀਂ, ਮੇਰੀ ਲੜਾਈ ਉੱਧਰ ਜਾ ਕੇ ਉਹ ਪਾਰਟੀਆਂ ਦੇ ਵਿੱਚ ਚੱਲੂਗੀ। ਤੇ ਉਹਨੇ ਐਂਡ ਤੇ ਜਸਕਰਨ ਸਿੰਘ ਨੂੰ ਵੀ ਮਿਲਣਾ ਦਾ ਚਾਹਿਆ।
ਤੇ ਉਹ ਤੋਂ ਜਦੋਂ ਸਰਕਾਰ ਨੂੰ ਪਤਾ ਲੱਗਿਆ ਦੇ ਨਾਲ ਇਸ ਵੀ ਸਰਕਾਰਾਂ ਆਪਣੇ ਬੰਦੇ ਵੀ ਨਾਲ ਰੱਖਦੀਆਂ ਨੇ ਜਿਨ੍ਹਾਂ ਨੂੰ ਵਰਤਦੇ ਨੇ, ਤੇ ਉੱਥੇ ਉਹਨਾਂ ਨੇ ਦੇਖਿਆ ਵੀ ਇਹਦਾ SOEL ਗਾਣਾ ਵੀ ਆ ਰਿਹਾ ਤੇ ਵੀ ਜਿਹਦੇ ਨਾਲ ਵੀ ਇੱਕਦਮ ਪਲਟੀ ਦੁਬਾਰਾ ਵੱਜ ਸਕਦੀ ਆ, ਤੇ ਉੱਥੇ ਉਹਨਾਂ ਨੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਵੀ ਖਤਮ ਕੀਤਾ। ਸੋ ਇਹ ਜਿਹੜਾ ਨੈਟਵਰਕ ਇਹ ਏਜੰਸੀਆਂ ਕਰਦੀਆਂ ਹੁੰਦੀਆਂ ਨੇ, ਤੇ ਇਹ ਆਮ ਗੈਂਗਸਟਰਾਂ ਦੀ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਵੀ ਇਹ ਆਪਾਂ ਏਡੇ ਏਡੇ ਜਿਹੜੇ ਗੈਂਗ ਵਾਰ ਦਿਖਾ ਰਹੇ ਹਾਂ, ਤੇ ਉਹਨਾਂ ਦੇ ਤਾਂ ਨਾਮ ਵਰਤੇ ਜਾ ਰਹੇ ਨੇ ਜੇਲ੍ਹਾਂ 'ਚ ਰੱਖ ਕੇ। ਨਹੀਂ ਤਾਂ ਹੁਣ ਤੱਕ ਜਿਹੜੇ ਇੰਨੇ ਗੈਂਗਸਟਰ ਹੋਰ ਪਹਿਲਾਂ ਮਾਰਤੇ ਆ, ਤੇ ਉਹ ਇਹਨਾਂ ਨੂੰ ਕਿਉਂ ਰੱਖਿਆ ਹੋਇਆ? ਉਹ ਇਸੇ ਕਰਕੇ ਰੱਖਿਆ ਹੋਇਆ ਬਈ ਇਹਨਾਂ ਦਾ ਨਾਮ ਵਰਤੋ, ਤੇ ਜਿਹੜੇ ਸਾਨੂੰ ਪੰਜਾਬ ਦੇ ਲਈ ਖਤਰਾ ਲੱਗਦੇ ਨੇ ਤੇ ਉਹਨਾਂ ਦਾ ਨਾਮ ਵਰਤ ਕੇ ਉਹਨਾਂ ਨੂੰ ਖਤਮ ਕਰ ਦਿਓ। ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਉਸ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਸਿੰਘਾਂ ਦੇ ਪਰਿਵਾਰਾਂ 'ਚ ਜਦੋਂ ਤੁਸੀਂ ਝਾਕੀ ਮਾਰੋਗੇ ਜਾਂ ਉਹਨਾਂ ਘਰਾਂ 'ਚ ਜਾਓਗੇ ਤਾਂ ਤੁਹਾਨੂੰ ਉਹ ਗੱਲਾਂ ਪਤਾ ਲੱਗਣਗੀਆਂ ਕਿ ਪੰਜਾਬ ਦੇ ਨਾਲ ਕੀ ਕੁਝ ਵਾਪਰਿਆ। ਪੰਜਾਬ ਦੇ ਇੱਕ ਸੋਹਣੇ ਅਤੇ ਸੁਥਰੇ ਸ਼ਹਿਰ ਦੇ ਵਿੱਚ ਘੁੰਮ ਕੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਪੰਜਾਬ ਦਾ ਇਤਿਹਾਸ ਕੀ ਹੈ। ਪੰਜਾਬ ਦਾ ਇਤਿਹਾਸ ਜਾਣਨ ਦੇ ਲਈ ਤੁਹਾਨੂੰ 90 ਅਤੇ 80 ਦੇ ਦਹਾਕਿਆਂ ਦੇ ਵਿੱਚ ਜਾਣਾ ਪਵੇਗਾ ਕਿ ਕਿਵੇਂ ਪੰਜਾਬ ਦੇ ਚਾਹੇ ਪਾਣੀਆਂ ਦੀ ਗੱਲ ਲਾ ਲਓ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਲਾ ਲਓ, ਵੱਧ ਅਧਿਕਾਰਾਂ ਦੀ ਗੱਲ ਲਾ ਲਓ, ਜਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਜਾਂ ਪੰਜਾਬ ਦੀ ਬਰਬਾਦੀ ਨੂੰ ਰੋਕਣ ਦੇ ਲਈ ਪੰਜਾਬ ਦੇ ਲੋਕਾਂ ਨੇ ਕੀ ਕੁਝ ਹੰਢਾਇਆ। ਪੰਜਾਬ ਦੇ ਯੋਧਿਆਂ ਨੇ ਇਕੱਲੀਆਂ ਆਪਣੀਆਂ ਕੁਰਬਾਨੀਆਂ ਨਹੀਂ ਦਿੱਤੀਆਂ, ਯੋਧਿਆਂ ਨੂੰ ਆਪਣੇ ਪਰਿਵਾਰਾਂ ਦੀਆਂ ਵੀ ਕੁਰਬਾਨੀਆਂ ਦੇਣੀਆਂ ਪਈਆਂ ਨੇ, ਤਾਂ ਜਾ ਕੇ ਜੋ ਅੱਜ ਅਸੀਂ ਕਹਿ ਪਾਉਂਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਅਸਲ 'ਚ ਇਹ ਪੰਜਾਬ ਗੁਰਾਂ ਦੇ ਨਾਂ ਦੇ ਨਾਲ ਨਾਲ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਦੇ ਨਾਲ ਵੀ ਵਸ ਰਿਹਾ ਏ। ਤੁਸੀਂ ਦੇਖਦੇ ਰਹੋ ਪੰਜਾਬ KTV। ਮੈਨੂੰ ਮਨਦੀਪ ਸਿੰਘ ਨੂੰ ਕੈਮਰਾਮੈਨ ਸਹਿਯੋਗੀ ਰਾਮ ਕੁਮਾਰ ਦੇ ਨਾਲ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।